ਅੱਜ ਦਾ ਦੇਖੋ जो अपना टॉपिक है दैट इज योर प्रोटॉन एनएमआर स्पेक्ट्रोस्कोपी। प्रोटॉन एनएमआर स्पेक्ट्रोस्कोपी देखो जो इसकी फुल फॉर्म है उसका मतलब की है। सब तो पहला ये चीज समझते हैं ਆਪਾਂ प्रोटॉन न्यूक्लियर मैग्नेटिक रेजोनेंस। ਤਾਂ ਦੇਖੋ ਜੋ ਤੁਹਾਡੀ एनएमआर स्पेक्ट्रोस्कोपी है वो टोटल 3 वर्ड्स ਤੋਂ ਮਿਲ ਕੇ ਬਣੀ ਹੋਈ ਹੈ ਨਿਊਕਲੀਅਸ ਮੈਗਨੈਟਿਕ ਤੇ ਰੈਜ਼ੋਨੈਂਸ। ਤਾਂ ਆਪਾਂ ਨੂੰ ਪਹਿਲਾਂ ਮਤਲਬ ਪਤਾ ਹੋਣੇ ਚਾਹੀਦੇ ਨੇ ਕਿ ਇਹਨਾਂ ਸਭ ਜੋ ਵਰਡਸ ਇੱਥੇ ਐਨਐਮਆਰ ਸਪੈਕਟ੍ਰੋਸਕੋਪੀ ਦੇ ਵਿੱਚ ਆ ਰਹੇ ਨੇ ਇਹਨਾਂ ਦਾ ਕੰਮ ਕੀ ਹੈ। ਤਾਂ ਇਸ ਤੋਂ ਬਾਅਦ ਆਪਾਂ ਹੌਲੀ ਹੌਲੀ ਕਰਕੇ ਆਪਣੇ ਪ੍ਰੋਟੋਨ ਸਪੈਕਟ੍ਰੋਸਕੋਪੀ ਨੂੰ ਡਿਸਕਸ ਕਰਾਂਗੇ। ਤਾਂ ਦੇਖੋ ਸਭ ਤੋਂ ਪਹਿਲਾਂ ਕਿ ਜੋ ਵੀ ਸਪੈਕਟ੍ਰੋਸਕੋਪੀ ਹੈ ਤੁਹਾਨੂੰ ਪਤਾ ਹੈ ਇੱਕ ਪਾਰਟਿਕੂਲਰ ਰੀਜਨ ਦੇ ਵਿੱਚ ਲਾਈ ਕਰਦੀ ਹੈ। ਤਾਂ ਜੋ ਤੁਹਾਡੀ ਐਨਐਮਆਰ ਸਪੈਕਟ੍ਰੋਸਕੋਪੀ ਹੈ that lies in your रेडियो फ्रिक्वेंसी रेडिएशन रीजन। ਤਾਂ ਧਿਆਨ ਰੱਖਣਾ ਜੋ ਤੁਹਾਡੀ एनएमआर स्पेक्ट्रोस्कोपी है that lies in your radio frequency region। ਬਹੁਤ ਵਾਰੀ ਕੁਐਸਚਨ ਆਂਦਾ ਹੈ ਕਿ ਜੋ ਤੁਹਾਡਾ ਐਨਐਮਆਰ ਹੈ ਉਹ ਕਿਸ ਰੀਜਨ ਦੇ ਵਿੱਚ ਲਾਈ ਕਰਦਾ ਹੈ। ਤਾਂ ਆਨਸਰ ਕੀ ਆਏਗਾ ਤੁਹਾਡਾ ਰੇਡੀਓ ਫ੍ਰੀਕੁਐਂਸੀ। ਇਸ ਨੂੰ ਆਪਾਂ ਆਰਐਫ ਰੀਜਨ ਵੀ ਬੋਲ ਦਿੰਦੇ ਹਾਂ। ਦੇਖੋ ਹੁੰਦਾ ਕੀ ਹੈ ਕਿ ਜਦੋਂ ਵੀ ਤੁਹਾਡੀਆਂ ਰੇਡੀਓ ਫ੍ਰੀਕੁਐਂਸੀ ਰੇਡੀਏਸ਼ਨਸ ਤੁਹਾਡੇ ਨਿਊਕਲੀਅਸ ਦੇ ਨਾਲ ਕੀ ਕਰਦੀਆਂ ਨੇ ਇੰਟਰੈਕਟ ਕਰਦੀਆਂ ਨੇ ਤਾਂ ਜੋ ਤੁਹਾਡਾ ਨਿਊਕਲੀਅਸ ਹੈ ਉਹ ਇਹਨਾਂ ਰੇਡੀਏਸ਼ਨ ਨੂੰ ਕੀ ਕਰਦਾ ਹੈ ਅਬਜ਼ੌਰਬ ਕਰਦਾ ਹੈ ਇਨ ਦਾ ਪ੍ਰੈਜ਼ੈਂਸ ਆਫ ਮੈਗਨੈਟਿਕ ਫੀਲਡ। ਤਾਂ ਜਦੋਂ ਅਬਜ਼ੌਰਪਸ਼ਨ ਹੁੰਦੀ ਹੈ ਤਾਂ ਜੋ ਤੁਹਾਡਾ ਨਿਊਕਲੀਅਸ ਹੈ ਉਹ ਰੈਜ਼ੋਨੈਂਸ ਸ਼ੋ ਕਰਦਾ ਹੈ। ਉਹ ਆਪਾਂ ਅੱਗੇ ਡਿਸਕਸ ਕਰਾਂਗੇ ਕਿੱਦਾਂ ਰੈਜ਼ੋਨੈਂਸ ਹੁੰਦੀ ਹੈ। ਇਸੇ ਕਰਕੇ ਇਸ ਦੇ ਵਿੱਚ ਜੋ ਆਪਣੇ ਨਾਮ ਨੇ that is your nuclear magnetic resonance। that means ਜੋ ਵੀ ਟ੍ਰਾਂਜੀਸ਼ਨ ਹੁੰਦੀ ਹੈ ਉਹ ਨਿਊਕਲੀਅਸ ਤੁਹਾਡਾ excited ਹੁੰਦਾ ਹੈ from your ground state to the excited state। that is why the word nucleus here nuclear। मैग्नेटिक मतलब एक्साइटेशन कदों हुंदी है in the presence of magnetic field। that is why word magnetic is included in NMR and the resonance की ਜਦੋਂ ਤੁਹਾਡਾ इलेक्ट्रॉन excite ਹੁੰਦਾ है from your ground state to the excited state there lies a resonance between the two transition state from the ground state to the excited state ਜਿਸ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਉਸਦੀ spin of the nucleus। ਇਹ ਆਪਾਂ ਅੱਗੇ ਡਿਸਕਸ ਕਰਾਂਗੇ। ਸੋ that is why ਜੋ ਤਿੰਨ ਵਰਡਸ ਨੇ ਤੁਹਾਡੇ NMR ਦਾ ਮਤਲਬ ਕੀ ਹੈ ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ। ਇਹ ਵਰਡ ਇੱਥੇ ਇੰਟਰੋਡਿਊਸ ਕੀਤੇ ਗਏ ਨੇ ਕਿਉਂਕਿ ਤਿੰਨਾਂ ਵਰਡਸ ਦੇ ਪ੍ਰੋਪਰ ਚੈਨਲ ਦੇ ਨਾਲ ਤਿੰਨੋਂ ਵਰਡਸ ਮਿਲ ਕੇ ਹੀ ਤੁਹਾਡੀ ਇਸ ਸਪੈਕਟ੍ਰੋਸਕੋਪੀ ਨੂੰ ਰੀਜਨਰੇਟ ਕਰਦੇ ਨੇ। ਕਿਸ ਫ੍ਰੀਕੁਐਂਸੀ ਰੀਜਨ ਦੇ ਵਿੱਚ ਹੁੰਦਾ ਹੈ ਤੁਹਾਡਾ ਇਹ ਰੇਡੀਓ ਫ੍ਰੀਕੁਐਂਸੀ ਰੀਜਨ ਦੇ ਵਿੱਚ ਹੁੰਦਾ ਹੈ। ਜਦੋਂ ਹੀ ਤੁਹਾਡੀ ਰੇਡੀਓ ਫ੍ਰੀਕੁਐਂਸੀ ਨਿਊਕਲੀਅਸ ਦੇ ਨਾਲ ਇੰਟਰੈਕਟ ਕਰਦੀ ਹੈ ਤਾਂ ਜੋ ਨਿਊਕਲੀਅਸ ਹੈ ਉਹ ਆਪਣੀ ਸਪਿਨ ਚੇਂਜ ਕਰਦਾ ਹੈ ਐਂਡ ਸਪਿਨ ਚੇਂਜ ਜਦੋਂ ਕਰਦਾ ਹੈ that lies in the resonance ਦੇ ਵਿੱਚ ਹੁੰਦਾ ਹੈ in the presence of your magnetic field। that is why the word nuclear magnetic resonance spectroscopy ਇਸ ਨੂੰ ਆਪਾਂ ਕਹਿੰਦੇ ਹਾਂ। ਇੱਥੋਂ ਤੱਕ ਕਿਸੇ ਨੂੰ ਕੋਈ ਡਾਊਟ? ਤਾਂ ਦੇਖੋ ਹੁਣ ਤੁਹਾਨੂੰ ਪਤਾ ਹੈ ਕਿ ਹਰ ਇੱਕ ਚੀਜ਼ ਦਾ ਜੋ ਡਿਫਰੈਂਸ ਹੈ ਦੇਖੋ ਆਪਾਂ ਦੇਖੋ ਕੀ ਕਿਹਾ ਹੈ ਕਿ ਐਸ ਸੂਨ ਐਸ ਜੋ ਤੁਹਾਡਾ ਨਿਊਕਲੀਅਸ ਹੈ ਰੇਡੀਓ ਫ੍ਰੀਕੁਐਂਸੀ ਰੀਜਨ ਨਾਲ ਇੰਟਰੈਕਟ ਕਰੇਗਾ ਤਾਂ ਉਸ ਰੇਡੀਏਸ਼ਨ ਨੂੰ ਕੀ ਕਰੇਗਾ ਅਬਜ਼ੌਰਬ ਕਰੇਗਾ ਐਂਡ देयर विल बी अ ट्रांजिशन फ्रॉम द ग्राउंड स्टेट टू द एक्साइटेड स्टेट है ना। ਤਾਂ ਜੋ ਐਕਸਾਈਟੇਸ਼ਨ ਹੋਣੀ ਹੈ ਤਾਂ ਉਸ ਦੇ ਲਈ ਤੁਹਾਨੂੰ ਪਾਰਟਿਕੂਲਰ એનર્ਜੀ ਡਿਫਰੈਂਸ ਦੀ ਰਿਕੁਆਇਰਮੈਂਟ ਹੁੰਦੀ ਹੈ that is given by your radio frequency region। ਤਾਂ ਜੋ ਤੁਹਾਡੀ ਰੇਡੀਓ ਫ੍ਰੀਕੁਐਂਸੀ ਹੁੰਦੀ ਹੈ that is just sufficient for making the nucleus to get excited by absorption of the radiation from the ground state to the excited state। ਤਾਂ ਜਦੋਂ ਹੀ ਤੁਹਾਡਾ ਜੋ ਨਿਊਕਲੀਅਸ ਹੈ ਰੇਡੀਓ ਫ੍ਰੀਕੁਐਂਸੀ ਰੀਜਨ ਨੂੰ ਇੰਟਰੈਕਟ ਕਰਦਾ ਹੈ ਅਬਜ਼ੌਰਬ ਕਰਦਾ ਹੈ ਤਾਂ ਉਸਦੀ ਸਪਿਨ ਸਟੇਟ ਦੇ ਵਿੱਚ ਕੀ ਆਂਦਾ ਹੈ ਚੇਂਜ ਆਂਦਾ ਹੈ। ਤਾਂ ਆਪਾਂ ਜਨਰਲੀ ਇੱਥੇ ਪ੍ਰੋਟੋਨ ਦੀ ਗੱਲ ਕਰਦੇ ਹਾਂ that is why it is known as your proton spectroscopy NMR spectroscopy। ਪ੍ਰੋਟੋਨ ਕੀ ਹੁੰਦਾ ਹੈ ਤੁਹਾਡਾ 1H1। ਤਾਂ ਪ੍ਰੋਟੋਨ ਨਿਊਕਲੀਅਸ ਦੀ ਗੱਲ ਕਰਦੇ ਹਾਂ ਜੋ ਪ੍ਰੋਟੋਨ ਹੁੰਦਾ ਹੈ ਉਹ ਮੇਨਲੀ ਦੋ ਸਪਿਨ ਸਟੇਟ ਦੇ ਵਿੱਚ ਐਗਜ਼ਿਸਟ ਕਰਦਾ ਹੈ that is your plus half and your minus half। ਤਾਂ ਜੋ ਤੁਹਾਡੀ ਪਲੱਸ ਹਾਫ ਹੁੰਦੀ ਹੈ that is your ground state and your minus half ਦੇ corresponding ਜੋ એનર્ਜੀ ਲੈਵਲ ਆਂਦਾ ਹੈ that is your excited state। ਤਾਂ ਜਦੋਂ ਤੁਹਾਡਾ ਨਿਊਕਲੀਅਸ ਟ੍ਰਾਂਜੀਸ਼ਨ ਸ਼ੋ ਕਰਦਾ ਹੈ ਤਾਂ ਉਹ ਕੀ ਕਰਦਾ ਹੈ ਪਲੱਸ ਹਾਫ ਟ੍ਰਾਂਜੀਸ਼ਨ ਸਟੇਟ ਤੋਂ ਪਲੱਸ ਹਾਫ ਸਪਿਨ ਸਟੇਟ ਤੋਂ ਐਕਸਾਈਟ ਹੁੰਦਾ ਹੈ ਟੂ ਯੂਰ ਮਾਈਨਸ ਹਾਫ ਐਕਸਾਈਟਡ ਸਟੇਟ। ਤਾਂ ਜਦੋਂ ਇਸ ਤਰ੍ਹਾਂ ਦੀ ਟ੍ਰਾਂਜੀਸ਼ਨ ਹੁੰਦੀ ਹੈ ਤਾਂ ਆਪਾਂ ਕੀ ਬੋਲਦੇ ਹਾਂ ਕਿ ਜੋ ਤੁਹਾਡਾ ਨਿਊਕਲੀਅਸ ਹੈ ਉਹ ਰੈਜ਼ੋਨੈਂਸਿੰਗ ਸਟਰਕਚਰ ਦੇ ਵਿੱਚ ਸ਼ੋ ਕਰਦਾ ਹੈ ਮਤਲਬ there is a resonating between the structure in plus half state and the minus half state in the presence of your magnetic field। ਤਾਂ ਤੁਸੀਂ ਕਰਵ ਦੇ ਵਿੱਚ ਦੇਖ ਸਕਦੇ ਹੋ ਦੇਖੋ ਕਰਵ ਦੇ ਵਿੱਚ ਆਪਾਂ ਕਰਵ ਕੀ ਡਰਾ ਕੀਤਾ ਹੈ in between the energy and the magnetic field। as soon as magnetic field apply ਕਰ ਰਹੇ ਹੋ magnetic field ਕਰਨ ਦੇ ਨਾਲ जो एनर्जी डिफरेंस है बिटवीन द टू स्टेट प्लस हाफ एंड माइनस हाफ वो थोड़ा इंक्रीज ਹੁੰਦਾ ਜਾ ਰਿਹਾ ਹੈ
ਤਾਂ as soon as ਤੁਹਾਡਾ ਜੋ ਇਲੈਕਟ੍ਰੋਨ ਹੈ ਉਹ ਰੇਡੀਓ ਫ੍ਰੀਕੁਐਂਸੀ ਰੀਜਨ ਦੇ ਨਾਲ ਜਦੋਂ ਇੰਟਰੈਕਟ ਕਰਦਾ ਹੈ, ਜਦੋਂ ਤੁਹਾਡਾ ਜੋ ਨਿਊਕਲੀਅਸ ਹੈ ਉਹ ਰੇਡੀਓ ਫ੍ਰੀਕੁਐਂਸੀ ਰੀਜਨ ਦੇ ਨਾਲ ਐਕਸਪੋਜ਼ ਕਰਦਾ ਹੈ ਐਂਡ ਜੋ એનર્ਜੀ ਹੈ ਉਹ ਮੈਚ ਕਰਦੀ ਹੈ ਟੂ ਦ ਡਿਫਰੈਂਸ ਬਿਟਵੀਨ ਦ ਟੂ ਨਿਊਕਲੀਅਰ ਸਪਿਨ ਸਟੇਟਸ, ਤਾਂ ਜੋ ਤੁਹਾਡਾ ਨਿਊਕਲੀਅਸ ਹੈ ਉਹ એનર્ਜੀ ਨੂੰ ਕੀ ਕਰਦਾ ਹੈ, ਅਬਜ਼ੌਰਬ ਕਰਦਾ ਹੈ ਐਂਡ देयर ਵਿਲ ਬੀ ਦ ਟ੍ਰਾਂਜੀਸ਼ਨ ਫਰੋਮ ਦ ਲੋਅਰ એનર્ਜੀ ਸਪਿਨ ਸਟੇਟ ਦੈਟ ਮੀਨਸ ਪਲੱਸ ਹਾਫ ਤੋਂ ਮਾਈਨਸ ਹਾਫ ਸਪਿਨ ਸਟੇਟ ਦੇ ਵਿੱਚ ਕੀ ਹੁੰਦੀ ਹੈ ਤੁਹਾਡੀ ਟ੍ਰਾਂਜੀਸ਼ਨ ਹੁੰਦੀ ਹੈ, ਜਿਸ ਨੂੰ ਆਪਾਂ ਬੋਲਦੇ ਹਾਂ ਫਲਿਪਿੰਗ ਐਂਡ ਜੋ ਇਹ ਫਲਿਪਿੰਗ ਹੁੰਦੀ ਹੈ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਰੈਜ਼ੋਨੈਂਸ। ਕਿ ਜੋ ਤੁਹਾਡੇ ਇਲੈਕਟ੍ਰੋਨ ਜੋ ਤੁਹਾਡੇ ਨਿਊਕਲੀਅਸ ਹੈ ਉਹ ਪਲੱਸ ਹਾਫ ਸਪਿਨ ਸਟੇਟ ਤੋਂ ਜਦੋਂ ਐਕਸਾਈਟ ਹੁੰਦੇ ਨੇ ਮਾਈਨਸ ਹਾਫ ਸਪਿਨ ਸਟੇਟ ਦੇ ਵਿੱਚ, ਤਾਂ ਇਸ ਪ੍ਰੋਸੈਸ ਨੂੰ ਆਪਾਂ ਫਲਿਪਿੰਗ ਬੋਲਦੇ ਹਾਂ। ਤਾਂ ਦੋਨੋਂ ਜੋ ਸਪਿਨ ਸਟੇਟਸ ਹੁੰਦੀਆਂ ਨੇ that in resonance with each other, that is why ਜੋ ਤੁਹਾਡਾ NMR ਸਪੈਕਟ੍ਰੋਸਕੋਪੀ ਹੈ ਉਸ ਦੇ ਵਿੱਚ ਆਪਾਂ ਵਰਡ ਯੂਜ਼ ਕਰਦੇ ਹਾਂ ਰੈਜ਼ੋਨੈਂਸ। ਜੋ ਇਹ ਸਭ ਕੁਝ ਹੁੰਦਾ ਹੈ that is in the presence of your magnetic field, that is the word NMR। NMR ਦਾ ਮਤਲਬ ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ। that means ਸਭ ਤੋਂ ਪਹਿਲਾਂ ਇੱਥੇ ਤੁਹਾਨੂੰ ਰੇਡੀਓ ਫ੍ਰੀਕੁਐਂਸੀ ਦੀ ਰਿਕੁਆਇਰਮੈਂਟ ਹੁੰਦੀ ਹੈ, ਜਿਹਦੇ ਵਿੱਚ ਜੋ ਤੁਹਾਡਾ ਨਿਊਕਲੀਅਸ ਹੈ ਉਹ ਐਕਸਾਈਟ ਹੁੰਦਾ ਹੈ from the lower transition state to the excitation state। ਕਿੱਦਾਂ ਐਕਸਾਈਟ ਹੋਏਗਾ? in the presence of the magnetic field। ਤਾਂ ਜਦੋਂ ਤੁਹਾਡਾ ਨਿਊਕਲੀਅਸ ਐਕਸਾਈਟ ਹੁੰਦਾ ਹੈ from plus half to the minus half, ਤਾਂ ਆਪਾਂ ਇਸ ਪ੍ਰੋਸੈਸ ਨੂੰ ਬੋਲਦੇ ਹਾਂ ਤੁਹਾਡਾ ਫਲਿਪਿੰਗ ਐਂਡ ਫਲਿਪਿੰਗ ਦੇ ਵਿੱਚ ਆਪਾਂ ਕੀ ਬੋਲਦੇ ਹਾਂ that is in the resonance। so that is why ਜੋ ਤੁਹਾਡਾ NMR ਹੈ word ਉਹ ਤੁਹਾਡਾ ਇਹਨਾਂ ਤਿੰਨ ਮੇਨ ਪੁਆਇੰਟਸ ਨਿਊਕਲੀਅਰ ਮੈਗਨੈਟਿਕ ਐਂਡ ਜੋ ਰੈਜ਼ੋਨੈਂਸ ਹੈ ਉਹਨਾਂ ਤੇ ਡਿਪੈਂਡ ਕਰਦਾ ਹੈ। ਆਈ ਹੋਪ ਸਭ ਨੂੰ ਇਹਨਾਂ ਦਾ ਮਤਲਬ ਕਲੀਅਰ ਹੋ ਗਿਆ ਹੋਣਾ ਹੈ ਕਿ ਆਪਾਂ ਨਿਊਕਲੀਅਸ ਕਦ ਲਈ ਕੰਸੀਡਰ ਕਰ ਰਹੇ ਹਾਂ, ਮੈਗਨੈਟਿਕ ਫੀਲਡ ਦਾ ਇੱਥੇ ਕੰਮ ਕੀ ਹੈ ਐਂਡ what does mean the resonance here is। ਜੋ ਤੁਹਾਡਾ ਪ੍ਰੋਟੋਨ ਦੀ ਇੱਥੇ ਦੇਖੋ ਆਪਾਂ ਗੱਲ ਕਰ ਰਹੇ ਹਾਂ, ਪ੍ਰੋਟੋਨ ਦੇ ਕੋਰਸਪੋਂਡਿੰਗ ਟੂ ਟ੍ਰਾਂਜੀਸ਼ਨ ਸਟੇਟ ਆਉਂਦੀਆਂ ਨੇ that is from the formula 2Ni+1 ਜੋ ਮੈਂ ਆਲਰੇਡੀ ਤੁਹਾਨੂੰ ਦੱਸਿਆ ਹੋਇਆ ਹੈ। ਤਾਂ ਦੇਖੋ ਇੱਥੇ ਇੱਕ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ ਤਾਂ n ਦੀ ਵੈਲਿਊ ਕਿੰਨੀ ਹੁੰਦੀ ਹੈ 1 ਐਂਡ ਪ੍ਰੋਟੋਨ ਦੇ ਲਈ I ਨਿਊਕਲੀਅਰ ਸਪਿਨ ਵੈਲਿਊ ਕਿੰਨੀ ਹੁੰਦੀ ਹੈ ਹਾਫ ਪਲੱਸ 1 ਕਰ ਦੋ। ਤਾਂ ਅਗਰ ਇਸ ਨੂੰ ਸੋਲਵ ਕਰੋਗੇ ਤਾਂ ਕਿੰਨੀਆਂ ਸਪਿਨ ਸਟੇਟਸ ਬਣ ਰਹੀਆਂ ਨੇ ਤੁਹਾਡੀਆਂ ਟੋਟਲ 2। ਤਾਂ ਇਸੇ ਕਰਕੇ ਆਪਾਂ ਪ੍ਰੋਟੋਨ ਦੇ ਲਈ ਦੋ ਸਪਿਨ ਸਟੇਟਸ ਕੱਢਦੇ ਹਾਂ that is your plus half ਔਰ ਮਾਈਨਸ ਹਾਫ। ਔਰ ਇਨ ਦਾ ਔਨ ਦਾ ਅਦਰ ਹੈਂਡ ਤੁਸੀਂ ਇਦਾਂ ਦੇਖ ਸਕਦੇ ਹੋ, ਦੇਖੋ ਪ੍ਰੋਟੋਨ ਹੈ, ਪ੍ਰੋਟੋਨ ਦੇ ਕੋਲ ਕਿੰਨੇ ਇਲੈਕਟ੍ਰੋਨ ਨੇ? ਸਿਰਫ ਇੱਕ ਹੈ। ਜਾਂ ਤਾਂ ਉਹ ਤੁਹਾਡਾ ਸਪਿਨ ਕੀ ਹੋਏਗੀ ਕਲੋਕਵਾਈਜ਼ ਹੋਏਗੀ ਜਾਂ ਐਂਟੀ ਕਲੋਕਵਾਈਜ਼ ਹੋ ਸਕਦੀ ਹੈ ਨਾ। ਤਾਂ ਉਸੇ ਅਕੋਰਡਿੰਗ ਆਪਾਂ ਨਿਊਕਲੀਅਸ ਦੀ ਸਪਿਨ ਦੱਸ ਰਹੇ ਹਾਂ, ਜਾਂ ਤਾਂ ਨਿਊਕਲੀਅਸ ਦੀ ਸਪਿਨ ਤੁਹਾਡੀ ਕਲੋਕਵਾਈਜ਼ ਹੋਏਗੀ ਜਾਂ ਐਂਟੀ ਕਲੋਕਵਾਈਜ਼ ਹੋਏਗੀ। ਸੋ देयर आर ਪੋਸਿਬਿਲਿਟੀ ਕਿੰਨੀਆਂ ਨੇ? ਸਿਰਫ ਦੋ ਪੋਸਿਬਿਲਿਟੀ ਨੇ, ਜਾਂ ਤਾਂ ਪਲੱਸ ਹਾਫ ਜਾਂ ਮਾਈਨਸ ਹਾਫ। ਨਾਓ ਦੇਖੋ ਜਿੱਦਾਂ ਆਪਾਂ ਹਰ ਸਪੈਕਟ੍ਰੋਸਕੋਪੀ ਦੇਖੀ ਹੈ, ਹਰ ਸਪੈਕਟ੍ਰੋਸਕੋਪੀ ਦੀਆਂ ਕੁਝ ਕੰਡੀਸ਼ਨਸ ਨੇ ਕਿ ਆਹ ਮੋਲੀਕੂਲ ਤੁਹਾਡੇ ਇਸ ਸਪੈਕਟ੍ਰੋਸਕੋਪੀ ਲਈ ਐਕਟਿਵ ਹੋਣਗੇ ਜਾਂ ਇਨਐਕਟਿਵ ਹੋਣਗੇ। ਤਾਂ ਉਸੇ ਤਰ੍ਹਾਂ ਆਪਾਂ NMR ਸਪੈਕਟ੍ਰੋਸਕੋਪੀ ਨੂੰ ਜਦੋਂ ਸਟੱਡੀ ਕਰਨਾ ਹੈ ਤਾਂ NMR ਦੀ ਕੀ ਕੰਡੀਸ਼ਨ ਹੈ ਕਿ ਕਿਹੜਾ ਨਿਊਕਲੀਅਸ ਤੁਹਾਡਾ NMR ਐਕਟਿਵ ਹੋਏਗਾ ਜਾਂ ਇਨਐਕਟਿਵ ਹੋਏਗਾ। ਤਾਂ ਪਹਿਲੀ ਕੰਡੀਸ਼ਨ ਕੀ ਹੈ ਕਿ ਨਿਊਕਲੀਅਸ ਦੇ ਉੱਪਰ ਕੀ ਹੋਣਾ ਚਾਹੀਦਾ ਤੁਹਾਡਾ ਚਾਰਜ। ਦੇਖੋ ਇਹ ਤਾਂ ਹਰ ਨਿਊਕਲੀਅਸ ਦੇ ਉੱਪਰ ਤੁਹਾਨੂੰ ਪਤਾ ਹੈ ਹਰ ਨਿਊਕਲੀਅਸ ਤੁਹਾਡਾ ਚਾਰਜਡ ਹੁੰਦਾ ਹੈ, ਹਰ ਨਿਊਕਲੀਅਸ ਉੱਪਰ ਪੋਜ਼ਿਟਿਵ ਚਾਰਜ ਪ੍ਰੈਜ਼ੈਂਟ ਹੁੰਦਾ ਹੀ ਹੁੰਦਾ ਹੈ। ਸੋ that is a very general condition। ਤਾਂ ਇਸ ਦੇ ਵਿੱਚ ਕੁਝ ਖਾਸ ਨਹੀਂ ਹੈ। ਤਾਂ ਜੋ ਤੁਹਾਡੀ ਦੂਸਰੀ ਕੰਡੀਸ਼ਨ ਹੈ ਇਹ ਇੰਪੋਰਟੈਂਟ ਹੈ ਕਿ ਜੋ ਨਿਊਕਲੀਅਸ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ that should have non zero spin quantum number, ਉਸਦਾ ਜੋ ਸਪਿਨ ਨੰਬਰ ਹੈ that should be non zero, that means ਉਸਦੀ ਜੋ I ਵੈਲਿਊ ਹੈ ਉਹ ਜ਼ੀਰੋ ਨਹੀਂ ਹੋਣੀ ਚਾਹੀਦੀ। that is the very important condition for a molecule to be your NMR active। NMR ਐਕਟਿਵ ਦੀ ਕੰਡੀਸ਼ਨ ਕੀ ਹੈ ਕਿ ਜੋ ਵੀ ਨਿਊਕਲੀਅਸ ਦੀ ਤੁਸੀਂ ਗੱਲ ਕਰ ਰਹੇ ਹੋ ਉਸਦਾ ਜੋ ਸਪਿਨ ਨਿਊਕਲੀਅਰ ਸਪਿਨ ਨੰਬਰ ਹੈ that not be equal to zero, ਉਹ equal to zero ਨਹੀਂ ਹੋਣਾ ਚਾਹੀਦਾ। equal to zero ਤੋਂ ਇਲਾਵਾ ਉਹ ਕੁਝ ਵੀ ਵੈਲਿਊਸ ਲੈ ਸਕਦਾ ਹੈ, ਪਲੱਸ ਹਾਫ, ਠੀਕ ਹੈ 1 3/2, ਮਤਲਬ ਇੰਟੀਜਰ ਹੋ ਸਕਦਾ ਹੈ ਤੁਹਾਡਾ ਪਲੱਸ ਹਾਫ ਮਾਈਨਸ ਹਾਫ ਜਾਂ ਫ੍ਰੈਕਸ਼ਨ ਵੀ ਹੋ ਸਕਦਾ ਹੈ, ਪਰ ਜ਼ੀਰੋ ਵੈਲਿਊ ਨਹੀਂ ਹੋ ਸਕਦਾ। ਹੁਣ ਦੇਖੋ ਕੁਐਸਚਨ ਕੀ ਆਂਦਾ ਹੈ, ਆਪਾਂ ਨੂੰ ਕਿੱਦਾਂ ਪਤਾ ਚੱਲੇਗਾ ਕਿ ਕਿਹੜਾ ਨਿਊਕਲੀਅਸ ਦੀ ਸਪਿਨ ਤੁਹਾਡੀ ਜ਼ੀਰੋ ਹੈ ਤੇ ਕਿਸ ਨਿਊਕਲੀਅਸ ਦੀ ਸਪਿਨ ਤੁਹਾਡੀ ਕੀ ਹੈ ਨੋਨ ਜ਼ੀਰੋ ਹੈ। ਤਾਂ ਇਸ ਦੇ ਲਈ ਆਪਾਂ ਕੀ ਦੇਖਦੇ ਹਾਂ ਕਿ ਦੇਖੋ ਉਹ ਵਾਲੇ ਨਿਊਕਲੀਅਸ ਜਿਨ੍ਹਾਂ ਦਾ ਜੋ ਮਾਸ ਨੰਬਰ ਹੈ that is represented by the symbol A, ਅਗਰ ਉਹ ਤੁਹਾਡੇ 4 ਦੇ ਨਾਲ ਐਗਜ਼ੈਕਟਲੀ ਡਿਵਾਈਡ ਹੋ ਜਾਂਦਾ ਹੈ ਤਾਂ ਉਹ ਜੋ ਤੁਹਾਡੇ ਨਿਊਕਲੀਅਸ ਹੁੰਦੇ ਨੇ that are your non magnetic nucleus ਐਂਡ ਉਹਨਾਂ ਦਾ ਜੋ ਸਪਿਨ ਤੁਹਾਡਾ ਨਿਊਕਲੀਅਰ ਸਪਿਨ ਨੰਬਰ ਹੁੰਦਾ ਹੈ that is equal to 0। ਫॉर एग्जांपल ਕਾਰਬਨ 12, ਕਾਰਬਨ 12 ਦੇ ਦੇਖੋ ਮਾਸ ਨੰਬਰ ਕਿੰਨਾ ਹੈ 12 ਹੈ that is exactly divided by your 4। similarly 16 ਆਕਸੀਜਨ, ਤਾਂ ਆਕਸੀਜਨ ਦਾ ਜੋ 16 ਮਾਸ ਨੰਬਰ ਹੈ that is exactly divided by your 4। similarly 28 silicon that is also divided by your 4। ਤਾਂ ਜੋ ਆਹ ਵਾਲੇ ਨਿਊਕਲੀਅਸ ਨੇ that are your
NMR ਇਨਐਕਟਿਵ ਹੁੰਦੇ ਨੇ ਜਿਨ੍ਹਾਂ ਦਾ ਜੋ ਮਾਸ ਨੰਬਰ ਹੈ that is exactly divisible by your 4। ਤਾਂ ਤੁਸੀਂ ਮਾਸ ਨੰਬਰ ਤੋਂ ਜੱਜ ਕਰ ਸਕਦੇ ਹੋ ਕਿ ਕਿਹੜਾ ਨਿਊਕਲੀਅਸ ਤੁਹਾਡਾ NMR ਐਕਟਿਵ ਹੋਏਗਾ ਤੇ ਕਿਹੜਾ ਨਿਊਕਲੀਅਸ ਤੁਹਾਡਾ NMR ਇਨਐਕਟਿਵ ਹੋਏਗਾ। ਤਾਂ ਔਨ ਦਾ ਅਦਰ ਹੈਂਡ ਜਿਨ੍ਹਾਂ ਦਾ ਮਾਸ ਨੰਬਰ ਤੁਹਾਡਾ 4 ਦੇ ਨਾਲ ਡਿਵਾਈਡਡ ਨਹੀਂ ਹੁੰਦਾ that are your NMR ਐਕਟਿਵ ਨਿਊਕਲੀਅਸ, ਜਿਨ੍ਹਾਂ ਵਿੱਚ ਬੇਸਿਕਲੀ ਆਪਾਂ ਪ੍ਰੋਟੋਨ NMR, ਕਾਰਬਨ 13 NMR, ਨਾਈਟ੍ਰੋਜਨ NMR, ਕਲੋਰੀਨ NMR, ਫੋਸਫੋਰਸ NMR ਪੜ੍ਹਦੇ ਹਾਂ, ਪਰ ਜਨਰਲੀ ਜੋ ਤੁਹਾਨੂੰ ਸਿਲੇਬਸ ਦੇ ਵਿੱਚ ਹੈ that is your ਪ੍ਰੋਟੋਨ NMR। ਦੇਖੋ ਜਿੰਨੇ ਵੀ ਮੈਂ ਇੱਥੇ ਨਿਊਕਲੀਅਸ ਲਿਖੇ ਨੇ ਇਹਨਾਂ ਸਭ ਦੇ ਲਈ ਜੋ ਤੁਹਾਡੀ ਸਪਿਨ ਵੈਲਿਊ ਹੈ, ਨਿਊਕਲੀਅਰ ਸਪਿਨ ਵੈਲਿਊ ਹੈ that is equal to half, that is equal to ਹਾਫ। ਤੁਸੀਂ ਇਹ ਪੁਆਇੰਟ ਯਾਦ ਰੱਖਣਾ ਹੈ। ਦੇਖੋ ਪੇਪਰ ਦੇ ਵਿੱਚ ਵੈਸੇ ਜਨਰਲੀ ਗਿਵਨ ਹੁੰਦਾ ਹੈ, ਬਟ ਅਗਰ ਬਾਈ ਚਾਂਸ ਤੁਹਾਨੂੰ ਪੇਪਰ ਦੇ ਵਿੱਚ ਇਹ ਨਹੀਂ ਦਿੱਤਾ ਨਿਊਕਲੀਅਰ ਸਪਿਨ ਦੀ ਵੈਲਿਊ, ਤਾਂ ਤੁਹਾਨੂੰ ਐਟਲੀਸਟ ਇੰਨਾ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਜੋ ਤੁਹਾਨੂੰ ਆਹ ਗਿਵਨ ਨਿਊਕਲੀਅਸ ਨੇ ਇਹਨਾਂ ਦੇ ਲਈ ਜੋ ਤੁਹਾਡੀ I ਵੈਲਿਊ ਹੈ that is equal to half। ਨਾਓ ਦੇਖੋ ਜੋ ਆਪਾਂ ਗੱਲ ਡਿਸਕਸ ਕਰ ਰਹੇ ਹਾਂ ਕਿ ਇੱਥੇ ਕੀ ਹੈ, ਨਿਊਕਲੀਅਸ ਹੈ, ਨਿਊਕਲੀਅਸ ਤੇ ਰੇਡੀਓ ਫ੍ਰੀਕੁਐਂਸੀ ਰੀਜਨ ਨੇ ਇੰਟਰੈਕਟ ਕਰਨਾ ਹੈ। ਜਿੱਦਾਂ ਹੀ ਇੰਟਰੈਕਟ ਕਰੇਗਾ ਨਿਊਕਲੀਅਸ ਕੀ ਹੋਏਗਾ, ਐਕਸਾਈਟ ਹੋਏਗਾ, ਫਲਿपिंग शो करेगा इन द प्रेजेंस ऑफ मैग्नेटिक फील्ड। ਤਾਂ ਅਗਰ ਤੁਹਾਡੀ ਦੇਖੋ ਮੈਗਨੈਟਿਕ ਫੀਲਡ ਕੀ ਹੈ, ਐਬਸੈਂਟ ਹੈ, देयर इज नो मैग्नेटिक फील्ड, ਤਾਂ ਜੋ ਵੀ ਆਪਣੇ ਲੈਵਲਸ ਹੋਣਗੇ ਗਰਾਊਂਡ ਤੇ ਐਕਸਾਈਟਡ ਲੈਵਲ ਉਹ ਸਾਰੇ ਕੀ ਹੋਣਗੇ ਤੁਹਾਡੇ ਡੀਜਨਰੇਟ ਲੈਵਲਸ ਹੋਣਗੇ। that means ਉਹਨਾਂ ਦੀ ਜੋ એનર્ਜੀ ਹੈ ਉਹ ਕੀ ਹੋਏਗੀ ਤੁਹਾਡੀ ਸੇਮ ਹੋਏਗੀ। ਲੈਟਸ ਸਪੋਜ਼ ਕਿ ਇਨ ਦਾ ਐਬਸੈਂਸ ਆਫ ਦਾ ਮੈਗਨੈਟਿਕ ਫੀਲਡ ਅਗਰ ਮੈਗਨੈਟਿਕ ਫੀਲਡ ਤੁਹਾਡੀ ਜ਼ੀਰੋ ਹੈ ਤਾਂ ਦੋਨੋਂ ਲੈਵਲ ਗਰਾਊਂਡ ਸਟੇਟ ਐਜ਼ ਵੈਲ ਐਜ਼ ਐਕਸਾਈਟਡ ਸਟੇਟ ਕੀ ਹੋਣਗੇ, ਡੀਜਨਰੇਟ ਹੋਣਗੇ। ਦੋਨਾਂ ਦੀ એનર્ਜੀ ਕੀ ਹੋਏਗੀ ਤੁਹਾਡੀ ਆਇਡੈਂਟੀਕਲ ਹੋਏਗੀ। ਬਟ ਐਸ ਸੂਨ ਐਸ ਤੁਸੀਂ ਇੱਥੇ ਮੈਗਨੈਟਿਕ ਫੀਲਡ ਅਪਲਾਈ ਕਰਦੇ ਹੋ ਤਾਂ ਜੋ ਤੁਹਾਡੇ ਡੀਜਨਰੇਟ ਲੈਵਲ ਹੈ ਦੋ ਲੈਵਲਸ ਦੇ ਵਿੱਚ ਸਪਲਿਟ ਹੋ ਜਾਣਗੇ, ਲੋਅਰ ਲੈਵਲ ਐਂਡ ਅਪਰ ਲੈਵਲ। ਤਾਂ ਜਦੋਂ ਲੋਅਰ ਲੈਵਲ ਤੇ ਅਪਰ ਲੈਵਲ ਥੋੜਾ ਜਨਰੇਟ ਹੋ ਜਾਂਦਾ ਹੈ ਤਾਂ ਇੱਥੇ ਕੀ ਆ ਜਾਂਦਾ ਹੈ ਤੁਹਾਡਾ ਪੋਪੂਲੇਸ਼ਨ ਡਿਫਰੈਂਸ ਆ ਜਾਂਦਾ ਹੈ, ਜਿਸ ਦੇ ਬਾਰੇ ਆਪਾਂ ਆਲਰੇਡੀ ਡਿਸਕਸ਼ਨ ਕਰ ਚੁੱਕੇ ਹਾਂ। that is given by your Boltzmann distribution law। Boltzmann distribution law, according to the Boltzmann distribution law ਕਿ ਆਪਾਂ ਨੂੰ ਕੀ ਦੱਸਦਾ ਹੈ ਕਿ ਜੋ ਵੀ ਤੁਹਾਡੀ ਗਰਾਊਂਡ ਸਟੇਟ ਹੈ that is more populated as compared to the highly excited state। ਰੀਜ਼ਨ ਕੀ ਹੈ, ਕਿਉਂਕਿ ਗਰਾਊਂਡ ਸਟੇਟ ਦੀ એનર્ਜੀ ਸਭ ਤੋਂ ਘੱਟ ਹੁੰਦੀ ਹੈ ਤੇ ਕੋਈ ਵੀ ਸਿਸਟਮ ਹਮੇਸ਼ਾ ਕੀ ਚਾਹੁੰਦਾ ਹੈ ਕਿ ਉਸਦੀ ਜੋ એનર્ਜੀ ਹੈ that should be the least one, ਕਿਉਂਕਿ ਜਿੰਨੀ એનર્ਜੀ ਸਿਸਟਮ ਦੀ ਤੁਹਾਡੀ ਘੱਟ ਹੋਏਗੀ ਓਨਾ ਹੀ ਸਿਸਟਮ ਤੁਹਾਡਾ ਕੀ ਹੋਏਗਾ, ਜ਼ਿਆਦਾ ਸਟੇਬਲ ਹੋਏਗਾ। ਤਾਂ ਇਹਦਾ ਮਤਲਬ ਕੀ ਹੈ ਕਿ ਅਗਰ ਤੁਹਾਡੀ ਮੈਗਨੈਟਿਕ ਫੀਲਡ ਜ਼ੀਰੋ ਹੋਏਗੀ ਤਾਂ ਲੈਵਲਸ ਡੀਜਨਰੇਟ ਹੋਣਗੇ, there will be no energy difference between the two levels, no transition will occur, no NMR spectra will be obtained। as soon as magnetic field is applied degeneracy got broken, degeneracy break ਹੋ ਜਾਏਗੀ, ਲੈਵਲਸ ਤੁਹਾਡੇ ਗਰਾਊਂਡ ਸਟੇਟ ਤੇ ਐਕਸਾਈਟਡ ਸਟੇਟ ਦੇ ਵਿੱਚ ਸਪਲਿਟ ਹੋ ਜਾਣਗੇ, ਜਿਸ ਕਰਕੇ ਤੁਹਾਡਾ ਉੱਥੇ ਪੋਪੂਲੇਸ਼ਨ ਡਿਫਰੈਂਸ ਆਏਗਾ। ਪੋਪੂਲੇਸ਼ਨ ਡਿਫਰੈਂਸ ਆਉਣ ਦੇ ਨਾਲ ਗਰਾਊਂਡ ਸਟੇਟ ਦੇ ਵਿੱਚ ਨੰਬਰ ਆਫ ਨਿਊਕਲੀਅਸ ਇਨਕਰੀਜ਼ ਹੋ ਜਾਣਗੇ ਜੋ ਐਕਸਾਈਟ ਹੋਣਗੇ ਤਾਂ ਜ਼ਿਆਦਾ ਸਿਗਨਲਸ ਆਣਗੇ, ਸਿਗਨਲਸ ਆਣਗੇ ਤਾਂ ਤੁਹਾਨੂੰ ਸਪੈਕਟਰਾ ਆਬਜ਼ਰਵ ਹੋਏਗਾ, ਓਨਾ ਹੀ ਜ਼ਿਆਦਾ ਸਿਗਨਲ ਕੀ ਹੋਏਗਾ ਤੁਹਾਡਾ ਇੰਟੈਂਸ ਹੋਏਗਾ। ਦੇਖੋ ਹੁਣ ਦੇਖਦੇ ਹਾਂ ਆਪਾਂ ਸਿਗਨਲ ਓਬਟੇਨ ਐਕਚੁਅਲੀ ਚ ਹੁੰਦਾ ਕਿੱਦਾਂ ਹੈ ਹਨਾ। ਤਾਂ ਜੋ ਤੁਹਾਡਾ NMR ਸਪੈਕਟ੍ਰੋਮੀਟਰ ਹੁੰਦਾ ਹੈ that is used to detect the signal, ਉਹ ਜਨਰਲੀ ਕੀ ਹੁੰਦਾ ਹੈ ਜੋ ਆਪਾਂ ਰੇਡੀਓ ਫ੍ਰੀਕੁਐਂਸੀ ਯੂਜ਼ ਕਰਦੇ ਹਾਂ ਜਨਰਲੀ ਜਾਂ ਤਾਂ 400 ਮੈਗਾਹਰਟ, 600 ਮੈਗਾਹਰਟ, 800, 1000 ਹਨਾ, 1000 ਮੈਗਾਹਰਟ। ਤਾਂ ਏਦਾਂ ਰੇਡੀਓ ਫ੍ਰੀਕੁਐਂਸੀ ਦੀ ਆਉਂਦੀਆਂ ਨੇ ਜਿਹਦੇ ਵਿੱਚ ਜੋ ਤੁਹਾਡੀ ਰੇਡੀਓ ਫ੍ਰੀਕੁਐਂਸੀ ਹੈ ਉਹਨੂੰ ਆਪਾਂ ਕੀ ਰੱਖਦੇ ਹਾਂ ਤੁਹਾਡੀ ਕਾਂਸਟੈਂਟ ਰੱਖਦੇ ਹਾਂ। ਐਂਡ ਜੋ ਸਿਸਟਮ ਦੇ ਵਿੱਚ ਜੋ ਤੁਹਾਡਾ ਸਪੈਕਟ੍ਰੋਫੋਟੋਮੀਟਰ ਹੈ ਉਹਦੇ ਵਿੱਚ ਜੋ ਮੈਗਨੈਟਿਕ ਫੀਲਡ ਹੈ ਉਸਨੂੰ ਆਪਾਂ ਕੀ ਕਰਵਾਉਂਦੇ ਹਾਂ, ਵੈਰੀ ਕਰਵਾਉਂਦੇ ਹਾਂ। ਜਿੱਦਾਂ ਕਿ ਆਪਾਂ ਪਹਿਲਾਂ ਵੀ ਇੱਥੇ ਗ੍ਰਾਫ ਡਰਾ ਕਰ ਚੁੱਕੇ ਹਾਂ એનર્ਜੀ ਵਰਸਸ ਮੈਗਨੈਟਿਕ ਫੀਲਡ। ਤਾਂ ਐਸ ਸੂਨ ਐਸ ਦੇਖੋ ਮੈਗਨੈਟਿਕ ਫੀਲਡ ਇਨਕਰੀਜ਼ ਕਰਦੇ ਹਾਂ, ਮੈਗਨੈਟਿਕ ਫੀਲਡ ਇਨਕਰੀਜ਼ ਕਰਦੀ ਜਾਂਦੀ ਹੈ ਜਦੋਂ ਹੀ ਤੁਹਾਡੇ ਜੋ ਸਿਗਨਲ ਦੇ ਲਈ ਨਿਊਕਲੀਅਸ ਨੂੰ ਟ੍ਰਾਂਜੀਸ਼ਨ ਦੇ ਲਈ ਜਿੰਨੀ એનર્ਜੀ ਰਿਕੁਆਇਰਡ ਹੈ from excitation from the ground state to the excited state, ਜਦੋਂ ਹੀ ਉਸਨੂੰ ਉਹ એનર્ਜੀ ਮਿਲ ਜਾਂਦੀ ਹੈ ਤਾਂ ਉਸਦੇ ਕੋਰਸਪੋਂਡਿੰਗ ਆਪਾਂ ਨੂੰ ਇੱਕ ਪੀਕ ਮਿਲਦੀ ਹੈ ਜਿਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ ਸਿਗਨਲ। ਅਗਰ ਦੇਖੋ ਸਿਗਨਲ ਤੁਹਾਨੂੰ ਲੋਅਰ ਮੈਗਨੈਟਿਕ ਫੀਲਡ ਤੇ ਮਿਲਦਾ ਹੈ ਤਾਂ ਉਸਨੂੰ ਆਪਾਂ ਬੋਲਦੇ ਹਾਂ ਲੋ ਫੀਲਡ ਸਿਗਨਲ। ਅਗਰ ਆਪਾਂ ਨੂੰ ਜੋ ਸਿਗਨਲ ਓਬਟੇਨਡ ਹੋ ਰਿਹਾ ਹੈ that is at high magnetic field, ਕਿ ਆਪਾਂ ਨੂੰ ਹਾਈ ਮੈਗਨੈਟਿਕ ਫੀਲਡ ਅਪਲਾਈ ਕਰਨੀ ਪੈ ਰਹੀ ਹੈ ਫਿਰ ਜਾ ਕੇ ਆਪਾਂ ਨੂੰ ਸਿਗਨਲ ਮਿਲ ਰਿਹਾ ਹੈ ਤਾਂ ਆਪਾਂ ਉਸ ਸਿਗਨਲ ਨੂੰ ਬੋਲਦੇ ਹਾਂ ਆਪਣਾ ਅਪ ਫੀਲਡ ਸਿਗਨਲ। ਉਸ ਸਿਗਨਲ ਨੂੰ ਆਪਾਂ ਬੋਲਦੇ ਹਾਂ ਆਪਣਾ ਅਪ ਫੀਲਡ ਸਿਗਨਲ। ਸੋ ਡਿਪੈਂਡਿੰਗ ਅਪਨ ਦਾ ਵੈਲਿਊ ਕਿ ਕਿਸ ਵੈਲਿਊ ਤੇ ਜਾ ਕੇ ਉਸਨੂੰ ਸਫੀਸ਼ੀਐਂਟ એનર્ਜੀ ਮਿਲਦੀ ਹੈ so that it can make transition
from the lower ground state to the higher excited state ਉਹ એનર્ਜੀ ਨੂੰ absorb ਕਰਦਾ ਹੈ corresponding to that absorption ਤੁਹਾਨੂੰ ਕੀ obtain ਹੁੰਦਾ ਹੈ signal obtained ਹੁੰਦਾ ਹੈ ਤਾਂ ਧਿਆਨ ਰੱਖਣਾ ਹਰ ਇੱਕ ਮੈਗਨੈਟਿਕ ਵੈਲਿਊ ਤੇ ਕੁਝ ਇੱਕ ਫਿਕਸਡ ਵੈਲਿਊ ਤੇ ਮੈਗਨੈਟਿਕ ਫੀਲਡ ਤੇ એનર્ਜੀ ਸਫੀਸ਼ੀਐਂਟ ਹੋ ਜਾਂਦੀ ਹੈ ਸੋ ਦੈਟ ਜੋ ਵੀ ਤੁਹਾਡਾ ਨਿਊਕਲੀਅਸ ਹੈ ਉਹ ਕੀ ਕਰ ਸਕੇ ਐਕਸਾਈਟ ਕਰ ਸਕੇ ਫਲਿਪ ਕਰ ਸਕੇ ਐਂਡ ਕੋਰਸਪੋਂਡਿੰਗ ਟੂ that absorption ਆਪਾਂ ਨੂੰ ਕੀ ਮਿਲਦਾ ਹੈ ਤੁਹਾਡਾ ਸਿਗਨਲ obtained ਹੁੰਦਾ ਹੈ ਤਾਂ ਦੇਖੋ ਆਪਾਂ ਕੀ ਪ੍ਰੋਵਾਈਡ ਕਰ ਰਹੇ ਹਾਂ એનર્ਜੀ ਪ੍ਰੋਵਾਈਡ ਕਰ ਰਹੇ ਹਾਂ ਇਨ ਦਾ ਫਾਰਮ ਆਫ ਰੇਡੀਓ ਫ੍ਰੀਕੁਐਂਸੀ ਵੇਵਸ ਹੈ ਨਾ ਐਂਡ ਨਾਲ ਦੇ ਨਾਲ ਆਪਾਂ ਕੀ ਦੇ ਰਹੇ ਹਾਂ ਉਸਨੂੰ ਮੈਗਨੈਟਿਕ ਫੀਲਡ ਦੇ ਰਹੇ ਹਾਂ ਤਾਂ ਦੋਨਾਂ ਦਾ ਕੰਬਾਈਨਡ ਇਫੈਕਟ ਜਦੋਂ ਸਫੀਸ਼ੀਐਂਟ ਹੁੰਦਾ ਹੈ ਫॉर ਦਾ ਨਿਊਕਲੀਅਸ ਐਕਸਾਈਟੇਸ਼ਨ ਤਾਂ ਆਪਾਂ ਨੂੰ NMR ਦੇ ਵਿੱਚ ਇੱਕ ਆਪਾਂ ਨੂੰ ਸਿਗਨਲ obtained ਹੁੰਦਾ ਹੈ ਨਾਓ ਹੁਣ ਦੇਖੋ ਮਨ ਚ ਕੁਐਸਚਨ ਆਂਦਾ ਹੈ ਕਿ ਦੋਨੋਂ ਕਿਸ ਤਰ੍ਹਾਂ ਆਪਸ ਦੇ ਵਿੱਚ ਇੰਟਰੈਕਟਡ ਨੇ ਜੋ ਆਪਾਂ એનર્ਜੀ ਪ੍ਰੋਵਾਈਡ ਕਰ ਰਹੇ ਹਾਂ as well as ਜੋ ਆਪਾਂ ਮੈਗਨੈਟਿਕ ਫੀਲਡ ਅਪਲਾਈ ਕਰ ਰਹੇ ਹਾਂ what is the relationship between the two ਤਾਂ that is a very important relationship ਪੇਪਰ ਦੇ ਵਿੱਚ ਇਸ ਦੇ ਬੇਸ ਤੇ numerical previous year ਦੇ ਵਿੱਚ already ਪੁੱਛੇ ਜਾ ਚੁੱਕੇ ਨੇ ਤਾਂ ਧਿਆਨ ਰੱਖਣਾ कि जो भी relation है जो energy difference between the lower state and the excited state वो कितना related है to your magnetic field B naught that is given by the relation energy की ਹੁੰਦੀ ਹੈ ਤੁਹਾਡੀ h nu that is equal to gamma h की है ਤੁਹਾਡਾ Planck's constant है B naught is your applied magnetic field divided by 2 pi so this is the relationship between the energy difference between the two transition state as and the your applied magnetic field that is a very important relationship ਇੱਥੇ ਜੋ nu ਹੈ that represent the frequency energy ਕਾਦੇ ਇਕੁਅਲ ਹੁੰਦੀ ਹੈ ਤੁਹਾਡੇ h nu ਦੇ ਤਾਂ as soon as ਤੁਸੀਂ ਦੇਖੋ frequency ਨੂੰ increase ਕਰੋਗੇ ਜੋ ਤੁਸੀਂ ਰੇਡੀਓ frequency ਲੈ ਰਹੇ ਹੋ ਜੋ ਤੁਹਾਡੇ particular spectrophotometer ਦੀ ਜੋ fixed ਰਹਿੰਦੀ ਹੈ ਅਗਰ as soon as ਜਿਵੇਂ ਜਿਵੇਂ ਉਹ frequency increase ਕਰੇਗੀ ਉਦਾਂ ਉਦਾਂ ਤੁਹਾਡਾ energy difference ਵਧੇਗਾ energy difference ਦਾ ਮਤਲਬ lower ਤੇ higher transition state ਦੇ ਵਿੱਚ ਜੋ gap ਹੈ ਉਹ ਉਨਾ ਹੀ ਜ਼ਿਆਦਾ ਹੁੰਦਾ ਜਾਏਗਾ ਲੈਟਸ ਸਪੋਜ਼ ਪਹਿਲਾ ਗੈਪ ਕਿੰਨਾ ਸੀ ਇੰਨਾ ਸੀ ਪਰ ਜਿੱਦਾਂ ਹੀ ਤੁਸੀਂ ਰੇਡੀਓ ਫ੍ਰੀਕੁਐਂਸੀ ਵਧਾਈ ਗੈਪ ਇੰਨਾ ਹੋ ਗਿਆ ਹੋਰ ਰੇਡੀਓ ਫ੍ਰੀਕੁਐਂਸੀ ਇਨਕਰੀਜ਼ ਕੀਤੀ ਗੈਪ ਇੰਨਾ ਹੋ ਗਿਆ ਤਾਂ ਐਸ ਸੂਨ ਐਸ ਗੈਪ ਇਨਕਰੀਜ਼ ਹੁੰਦਾ ਰਹੇਗਾ ਗੈਪ ਇਨਕਰੀਜ਼ ਹੋਣ ਦੇ ਨਾਲ ਜੋ ਤੁਹਾਡੀ ਪੋਪੂਲੇਸ਼ਨ ਡੈਂਸਿਟੀ ਹੈ ਇਨ ਦਾ ਲੋਅਰ ਸਟੇਟ ਉਹ ਇਨਕਰੀਜ਼ ਹੋ ਜਾਏਗੀ ਕਿਉਂਕਿ ਜਿੰਨਾ ਜ਼ਿਆਦਾ ਗੈਪ ਜ਼ਿਆਦਾ ਹੋਏਗਾ ਪੋਪੂਲੇਸ਼ਨ ਜੋ ਹੋਏਗੀ ਗਰਾਊਂਡ ਸਟੇਟ ਤੇ ਉਨੀ ਹੀ ਜ਼ਿਆਦਾ ਹੋਏਗੀ ਜਿੰਨੀ ਗਰਾਊਂਡ ਸਟੇਟ ਤੇ ਪੋਪੂਲੇਸ਼ਨ ਜ਼ਿਆਦਾ ਹੋਏਗੀ ਉਨੀਆਂ ਹੀ ਤੁਹਾਡੀਆਂ ਟ੍ਰਾਂਜੀਸ਼ਨ ਜ਼ਿਆਦਾ ਹੋਣਗੀਆਂ ਜਿੰਨੀਆਂ ਜ਼ਿਆਦਾ ਟ੍ਰਾਂਜੀਸ਼ਨਸ ਹੋਣਗੀਆਂ ਸਿਗਨਲ ਦੀ ਇੰਟੈਂਸਿਟੀ ਉਨੀ ਹੀ ਕੀ ਹੋਏਗੀ ਤੁਹਾਡੀ ਹਾਇਰ ਹੋਏਗੀ ਤਾਂ ਇਸੇ ਕਰਕੇ ਅਗਰ ਤੁਸੀਂ ਚੂਜ਼ ਕਰਦੇ ਹੋ ਇੱਕ NMR ਸਪੈਕਟਰਾ ਤੁਸੀਂ ਲੈ ਰਹੇ ਹੋ 100 ਮੈਗਾਹਰਟਜ਼ ਤੇ ਤਾਂ ਇੱਕ ਸਪੈਕਟਰਾ ਲੈ ਰਹੇ ਹੋ ਤੁਸੀਂ 400 ਮੈਗਾਹਰਟਜ਼ ਤੇ ਤਾਂ ਕੌਣ ਬੈਟਰ ਸਿਗਨਲ obtain ਕਰਵਾਉਂਦਾ ਹੈ ਤੁਹਾਨੂੰ 400 ਮੈਗਾਹਰਟਜ਼ ਰੀਜ਼ਨ ਕੀ ਹੈ ਬਿਕੋਜ਼ ਇੱਥੇ ਫ੍ਰੀਕੁਐਂਸੀ ਜ਼ਿਆਦਾ ਹੋਣ ਕਰਕੇ ਜੋ ਤੁਹਾਡਾ એનર્ਜੀ ਗੈਪ ਹੈ ਉਹ ਜ਼ਿਆਦਾ ਹੋਏਗਾ ਜ਼ਿਆਦਾ ਟ੍ਰਾਂਜੀਸ਼ਨਸ ਹੋਣਗੀਆਂ ਜਿਸ ਕਰਕੇ ਜੋ 400 ਮੈਗਾਹਰਟਜ਼ ਤੇ ਜੋ ਤੁਹਾਡੇ ਸਿਗਨਲ ਦੀ ਇੰਟੈਂਸਿਟੀ ਹੈ that are quite high as compared to that of signals obtained in your 100 megahertz instrument okay then ਦੇਖੋ ਜੋ ਇੱਥੇ frequency ਹੈ nu ਹੈ ਨਾ ਉਸ ਨੂੰ sometimes Larmor frequency ਬੋਲ ਦਿੰਦੇ ਨੇ ਤਾਂ ਲਿਖ ਸਕਦੇ ਹੋ that is also known as your Larmor frequency or precessional frequency ਉਸ ਨੂੰ ਆਪਾਂ Larmor ਤੇ ਫਿਰ precessional frequency ਬੋਲ ਦਿੰਦੇ ਹਾਂ ਤਾਂ ਕਈ ਵਾਰ ਪੁੱਛ ਸਕਦੇ ਨੇ ਕਿ calculate the value of your Larmor frequency ਜਾਂ precessional frequency ਤਾਂ confuse ਨਹੀਂ ਹੋਣਾ ਆਪਾਂ ਇਸ frequency nu ਨੂੰ ਹੀ ਆਪਣੀ Larmor frequency ਜਾਂ precessional frequency ਹੀ ਬੋਲ ਦਿੰਦੇ ਹਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਤੁਸੀਂ ਰੱਖਣਾ ਹੈ ਨਾउ ਦੇਖੋ ਹੁਣ ਸਿਗਨਲ ਆਪਾਂ ਦੇਖ ਲਿਆ ਕਿ ਸਿਗਨਲ ਕਿੱਦਾਂ obtained ਹੁੰਦਾ ਹੈ ਹੈਨਾ ਬਟ ਹੁਣ ਐਕਚੁਅਲ ਕਿੰਨੇ ਸਿਗਨਲ ਆਣਗੇ ਇਹ ਆਪਾਂ ਨੂੰ ਕਿੱਦਾਂ ਪਤਾ ਚੱਲੇਗਾ ਇੱਕ ਪਾਰਟਿਕੂਲਰ ਜੋ ਤੁਹਾਡਾ ਮੋਲੀਕਿਊਲ ਹੈ ਉਹ ਕਿੰਨੇ NMR ਸਿਗਨਲ ਪ੍ਰੋਡਿਊਸ ਕਰੇਗਾ ਤੇ ਇਹ ਆਪਾਂ ਕਿੱਦਾਂ ਚੈੱਕ ਕਰ ਸਕਦੇ ਹਾਂ ਸੋ that depends upon the equivalent and non equivalent proton ਤਾਂ ਪਹਿਲਾਂ ਮਤਲਬ ਸਮਝਦੇ ਹਾਂ ਕਿ equivalent ਤੇ non equivalent protons ਦਾ ਮਤਲਬ ਕੀ ਹੈ ਫਿਰ ਦੇਖਾਂਗੇ ਕਿ ਇਹ ਡਿਫਰੈਂਟ ਜੋ ਪ੍ਰੋਟੋਨਸ ਨੇ ਕਿੱਦਾਂ ਆਪਾਂ ਨੂੰ ਡਿਫਰੈਂਟ ਸਿਗਨਲ ਜਨਰੇਟ ਕਰਦੇ ਨੇ ਤਾਂ ਦੇਖੋ ਇਸ ਤਰ੍ਹਾਂ ਦੇ ਪ੍ਰੋਟੋਨਸ ਜੋ ਕਿ ਆਇਡੈਂਟੀਕਲ এনवायरमेंट ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਉਹ ਇੱਕ ਸੇਮ ਮੈਗਨੈਟਿਕ ਫੀਲਡ ਤੇ ਹੀ ਅਬਜ਼ੌਰਬ ਕਰਦੇ ਨੇ ਜਿਸ ਕਰਕੇ ਆਪਾਂ ਨੂੰ ਕੋਰਸਪੋਂਡਿੰਗ ਇੱਕ ਸਿੰਗਲ ਸਿਗਨਲ ਹੀ ਮਿਲਦਾ ਹੈ ਉਹਨਾਂ ਪ੍ਰੋਟੋਨਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਇਕੁਇਵਲੈਂਟ ਪ੍ਰੋਟੋਨ that means equivalent proton ਉਸ ਤਰ੍ਹਾਂ ਦੇ ਪ੍ਰੋਟੋਨਸ ਹੁੰਦੇ ਨੇ ਜਿਨ੍ਹਾਂ ਦੇ ਆਸੇ-ਪਾਸੇ ਜੋ ਸਰਾਊਂਡਿੰਗ এনवायरमेंट ਹੈ ਬਿਲਕੁਲ ਆਇਡੈਂਟੀਕਲ ਹੋਏਗਾ ਤੇ ਉਹ ਇੱਕ ਹੀ
ਵੈਲਿਊ ਤੇ ਸੇਮ ਵੈਲਿਊ ਆਫ ਮੈਗਨੈਟਿਕ ਫੀਲਡ ਤੇ ਹੀ ਸਿਗਨਲ ਨੂੰ ਅਬਜ਼ੌਰਬ ਕਰਦੇ ਨੇ, ਉਹਨਾਂ ਪ੍ਰੋਟੋਨਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਇਕੁਇਵਲੈਂਟ ਪ੍ਰੋਟੋਨ। ਆਪਾਂ ਚੈੱਕ ਕਰਾਂਗੇ ਵਿਦ ਐਗਜ਼ਾਮਪਲ ਕਿ ਐਕਚੁਅਲ ਦੇ ਵਿੱਚ ਇਕੁਇਵਲੈਂਟ ਪ੍ਰੋਟੋਨ ਆਪਾਂ ਕਿੱਦਾਂ ਦੇਖਦੇ ਹਾਂ, that is just definition। ਐਂਡ ਜਿਨ੍ਹਾਂ ਦੇ ਵਿੱਚ ਜੋ ਥੋੜਾ ਸਰਾਊਂਡਿੰਗ एनवायरमेंट है ਉਹ ਅਗਰ ਡਿਫਰੈਂਟ ਹੈ ਤਾਂ ਉਹਨਾਂ ਪ੍ਰੋਟੋਨਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਨॉन ਇਕੁਇਵਲੈਂਟ ਪ੍ਰੋਟੋਨਸ। ਉਹਨਾਂ ਆਪਾਂ ਪ੍ਰੋਟੋਨਸ ਨੂੰ ਕੀ ਬੋਲਦੇ ਹਾਂ ਤੁਹਾਡਾ नॉन इक्विवेलेंट प्रोटॉन्स। देखो ਹੁਣ ਆਪਾਂ ਕਿੱਦਾਂ ਚੈੱਕ ਕਰ ਸਕਦੇ ਹਾਂ ਕਿ ਜੋ ਤੁਹਾਡੇ ਗਿਵਨ ਪ੍ਰੋਟੋਨਸ ਨੇ ਉਹ ਇਕੁਇਵਲੈਂਟ ਪ੍ਰੋਟੋਨਸ ਨੇ ਜਾਂ ਤੁਹਾਡੇ ਨॉन ਇਕੁਇਵਲੈਂਟ ਪ੍ਰੋਟੋਨਸ ਨੇ। ਤਾਂ ਇੱਕ ਜਨਰਲ ਜੀ ਐਗਜ਼ਾਮਪਲ ਲੈ ਲੈਂਦੇ ਹਾਂ, ਲੈਟਸ ਟੇਕ ਦਾ ਐਗਜ਼ਾਮਪਲ ਆਫ ਯੂਰ ਇਥੇਨ। ਤਾਂ ਇਥੇਨ ਦੇ ਵਿੱਚ ਦੇਖੋ ਤੁਸੀਂ ਚੈੱਕ ਕਰੋ ਕਿ ਜੋ ਤੁਹਾਡੇ ਇਥੇਨ ਦੇ ਵਿੱਚ ਦੋਨੋਂ ਦੇਖੋ ਦੋ ਟਾਈਪ ਪ੍ਰੋਟੋਨਸ ਨੇ, ਇੱਕ ਤਾਂ ਇਸ ਕਾਰਬਨ ਨਾਲ ਲੱਗੇ ਹੋਏ ਨੇ, ਇੱਕ ਇਸ ਕਾਰਬਨ ਦੇ ਨਾਲ ਲੱਗੇ ਹੋਏ ਨੇ, ਕਿ ਇਹ ਪ੍ਰੋਟੋਨ ਆਇਡੈਂਟੀਕਲ ਨੇ ਜਾਂ ਦੋਨੋਂ ਪ੍ਰੋਟੋਨ ਡਿਫਰੈਂਟ ਨੇ। ਤਾਂ ਤੁਸੀਂ ਦੇਖ ਸਕਦੇ ਹੋ ਅਗਰ ਮੈਂ ਨੰਬਰਿੰਗ ਇਧਰੋਂ ਕਰਾਂ 1,2 ਤਾਂ ਵੀ ਮੈਨੂੰ ਦੇਖੋ ਪ੍ਰੋਟੋਨ ਇੱਕੋ ਜਿਹੇ ਦਿਖਣਗੇ। ਅਗਰ ਮੈਂ ਨੰਬਰਿੰਗ ਸਾਈਡ ਤੋਂ ਕਰਦਾ ਰਾਈਟ ਸਾਈਡ ਤੋਂ that is 1,2 ਤਾਂ ਵੀ ਮੈਨੂੰ ਇੱਕੋ ਜਿਹਾ ਇਨਵਾਇਰਨਮੈਂਟ ਦਿਖ ਰਿਹਾ ਹੈ, ਬਿਕੋਜ਼ ਇਸ CH3 ਮੋਲੀਕਿਊਲ ਦੇ ਨਾਲ CH3 ਗਰੁੱਪ ਦੇ ਨਾਲ ਜੋ ਤੁਹਾਡਾ ਸਰਾਊਂਡਿੰਗ ਐਟਮ ਹੈ that is again CH3 ਐਂਡ ਇਸ CH3 ਦੇ ਨਾਲ ਅਗੇਨ ਜੋ ਤੁਹਾਡਾ ਸਰਾਊਂਡਿੰਗ ਵਾਲਾ ਪਾਰਟ ਹੈ that is again CH3। ਮਤਲਬ ਜੋ ਇਹਨਾਂ ਦੇ ਇਨਵਾਇਰਨਮੈਂਟ ਹੈ ਬਿਲਕੁਲ ਕੀ ਹੈ ਤੁਹਾਡੇ ਆਇਡੈਂਟੀਕਲ ਹੈ। ਤਾਂ ਅਗਰ ਤੁਹਾਡਾ ਇਨਵਾਇਰਨਮੈਂਟ ਆਇਡੈਂਟੀਕਲ ਹੁੰਦਾ ਹੈ ਤਾਂ ਜੋ ਇਹ ਪ੍ਰੋਟੋਨ ਨੇ ਉਹ ਆਇਡੈਂਟੀਕਲ ਸਿਗਨਲ ਦਿੰਦੇ ਨੇ, ਇੱਕ ਹੀ ਸਿਗਨਲ ਦਿੰਦੇ ਨੇ। ਸੋ ਦੈਟ ਮੀਨਸ ਜੋ ਤੁਹਾਡੇ ਇੱਥੇ 6 ਦੇ 6 ਪ੍ਰੋਟੋਨਸ ਨੇ ਉਹ ਇੱਕੋ ਹੀ ਇਨਵਾਇਰਨਮੈਂਟ ਦੇ ਵਿੱਚ ਪਏ ਨੇ ਤੇ 6 ਦੇ 6 ਪ੍ਰੋਟੋਨ ਕੀ ਹੋਣਗੇ ਆਪਾਂ ਕੀ ਕਵਾਂਗੇ that are equivalent proton ਐਂਡ ਇਹਨਾਂ ਦੇ ਕੋਰਸਪੋਂਡਿੰਗ ਆਪਾਂ ਨੂੰ ਕਿੰਨੇ ਸਿਗਨਲ ਮਿਲਣਗੇ, ਸਿਰਫ ਇੱਕ ਸਿੰਗਲ ਸਿਗਨਲ ਹੀ obtain ਹੋਏਗਾ because these are all same। ਇਕੁਇਵਲੈਂਟ ਪ੍ਰੋਟੋਨ ਦਾ ਮਤਲਬ ਜੋ ਕਿ ਇੱਕ ਸਿਰਫ ਇੱਕ ਸਿਗਨਲ ਹੀ ਦੇਣਗੇ। ਇਸ ਤਰ੍ਹਾਂ ਦੇ ਪ੍ਰੋਟੋਨਸ ਜੋ ਕਿ ਇੱਕ ਆਇਡੈਂਟੀਕਲ ਇਨਵਾਇਰਨਮੈਂਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ that gives us the same signal। point clear ਹੈ ਇੱਥੋਂ ਤੱਕ। now non equivalent ਦੀ ਗੱਲ ਕਰਦੇ ਹਾਂ, let's suppose take the example of your ethyl chloride। ਦੇਖੋ ਤੁਸੀਂ ਇੱਥੇ ਦੇਖ ਸਕਦੇ ਹੋ ਜੋ ਥੋੜੇ ਆਹ ਵਾਲੇ ਕਾਰਬਨ ਤੇ ਪ੍ਰੋਟੋਨ ਨੇ ਉਹ ਕਿਸ ਦੇ ਇਨਵਾਇਰਨਮੈਂਟ ਦੇ ਪ੍ਰੈਜ਼ੈਂਟ ਦੇ ਕਲੋਰੀਨ ਦੇ ਪ੍ਰੈਜ਼ੈਂਟ ਪਏ ਨੇ, ਬਟ ਜੋ ਤੁਹਾਡਾ ਆਹ ਵਾਲੇ ਕਾਰਬਨ ਤੇ ਜੋ ਤੁਹਾਡੇ ਪ੍ਰੋਟੋਨ ਨੇ ਉਹ ਇਸ ਕਲੋਰੀਨ ਤੋਂ ਕੀ ਹੈ ਦੂਰ ਹੈ। ਮਤਲਬ ਇਹਨਾਂ ਤਿੰਨ ਪ੍ਰੋਟੋਨ ਦਾ ਇਨਵਾਇਰਨਮੈਂਟ ਡਿਫਰੈਂਟ ਹੈ। ਇਨਵਾਇਰਨਮੈਂਟ ਕੀ ਹੈ ਇਹਨਾਂ ਤਿੰਨ ਪ੍ਰੋਟੋਨ ਦਾ, ਮਤਲਬ ਅਗਰ ਮੈਂ ਇਸਨੂੰ A ਕਹਿ ਰਿਹਾ ਹਾਂ ਇਸਨੂੰ B ਕਹਿ ਰਿਹਾ ਹਾਂ ਤਾਂ ਜੋ A ਵਾਲੇ ਪ੍ਰੋਟੋਨ ਹੈ ਉਹਨਾਂ ਦਾ ਇਨਵਾਇਰਨਮੈਂਟ ਇਜ਼ ਡਿਫਰੈਂਟ ਫਰੋਮ that of your B ਪ੍ਰੋਟੋਨ। that means ਜੋ A ਨੇ ਉਹ ਇੱਕ ਤਰ੍ਹਾਂ ਦੇ ਐਟਮਸ ਨੇ, ਮਤਲਬ ਇੱਕ ਤਰ੍ਹਾਂ ਦੇ ਪ੍ਰੋਟੋਨਸ ਨੇ, ਜੋ B ਵਾਲੇ ਨੇ ਉਹ ਇੱਕ ਤਰ੍ਹਾਂ ਦੇ ਪ੍ਰੋਟੋਨਸ ਨੇ। that means ਇੱਥੇ ਜੋ ਤੁਹਾਡੇ A ਨੇ ਉਹ ਆਪਣਾ ਇੱਕ ਸਿਗਨਲ ਆਪਣਾ ਦੇਣਗੇ ਐਂਡ ਜੋ ਤੁਹਾਡੇ B ਵਾਲੇ ਪ੍ਰੋਟੋਨਸ ਨੇ ਉਹ ਆਪਣਾ ਇੱਕ ਸਿਗਨਲ ਦੇਣਗੇ। that means ਟੋਟਲ ਜੋ ਤੁਹਾਨੂੰ ਇਥਾਈਲ ਕਲੋਰਾਈਡ ਦੇ ਲਈ ਟੋਟਲ ਕਿੰਨੇ ਸਿਗਨਲਸ ਮਿਲਣਗੇ ਇਨ NMR ਸਪੈਕਟਰਾ, ਦੋ ਸਿਗਨਲਸ obtained ਹੋਣਗੇ ਬਿਕੋਜ਼ ਇੱਥੇ ਤੁਹਾਨੂੰ ਕੋਰਸਪੋਂਡਿੰਗ CH3 ਦੇ ਇੱਕ ਸਿਗਨਲ ਮਿਲੇਗਾ, CH2 ਦੇ ਕੋਰਸਪੋਂਡਿੰਗ ਇੱਕ ਸਿਗਨਲ ਮਿਲੇਗਾ। ਤਾਂ ਇਸ ਤਰ੍ਹਾਂ ਦੇ ਪ੍ਰੋਟੋਨਸ ਜੋ ਡਿਫਰੈਂਟ ਸਿਗਨਲਸ ਨੂੰ ਜਨਰੇਟ ਕਰਦੇ ਨੇ that are your non equivalent proton। that means ਜੋ ਤੁਹਾਡੇ A ਹੈ ਤੇ ਜੋ ਤੁਹਾਡੇ B ਹੈ ਇਹ ਆਪਸ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਟੋਨਸ ਨੇ non equivalent protons ਨੇ because ਇਹਨਾਂ ਦਾ ਜੋ environment ਹੈ ਉਹ ਦੋਨਾਂ ਦਾ identical ਨਹੀਂ ਹੈ, ਦੋਨਾਂ ਦਾ ਜੋ environment ਹੈ that is different। so that is why they generate a different signal। so that is why ਜੋ ਤੁਹਾਡੇ A ਹਾਈਡਰੋਜਨ ਨੇ ਤਿੰਨ ਹਾਈਡਰੋਜਨ ਇੱਕ ਸਿਗਨਲ ਦੇਣਗੇ ਆਪਣਾ ਐਂਡ ਜੋ ਤੁਹਾਡੇ B ਵਾਲੇ ਹਾਈਡਰੋਜਨ ਐਟਮ ਨੇ ਹਾਈਡਰੋਜਨ ਨਿਊਕਲੀਅਸ ਨੇ ਉਹ ਆਪਣਾ ਇੱਕ ਸਿਗਨਲ ਡਿਫਰੈਂਟ ਦੇਣਗੇ। so there are total two signals obtained in the NMR spectra of your ethyl chloride। ਦੇਖੋ ਇਹ ਜੋ ਐਗਜ਼ਾਮਪਲ ਦਿੱਤੀ ਹੈ ਬੜੀ ਹੀ ਜਨਰਲ ਸੈਂਸ ਦੇ ਵਿੱਚ ਦਿੱਤੀ ਹੈ ਨਾ, ਪਰ ਅਗਰ ਆਪਾਂ ਨੂੰ ਕਈ ਵਾਰ ਮੋਲੀਕਿਊਲ ਕੰਪਲੈਕਸ ਆ ਜਾਂਦਾ ਹੈ ਤਾਂ ਉਸ ਦੇ ਲਈ ਆਪਾਂ ਕਿੱਦਾਂ ਚੈੱਕ ਕਰਾਂਗੇ ਕਿ ਪ੍ਰੋਟੋਨ ਤੁਹਾਡੇ ਇਕੁਇਵਲੈਂਟ ਨੇ ਜਾਂ ਨੋਨ ਇਕੁਇਵਲੈਂਟ ਨੇ। ਤਾਂ ਇਸ ਦੇ ਲਈ ਕੀ ਹੁੰਦਾ ਇੱਕ ਟੈਕਨੀਕ ਹੈ ਕਿ ਜੋ ਵੀ ਪ੍ਰੋਟੋਨ ਤੁਸੀਂ ਚੈੱਕ ਕਰ ਰਹੇ ਹੋ ਉਸ ਨੂੰ ਤੁਸੀਂ ਨਾ ਰਿਪਲੇਸ ਕਰ ਦਿਓ ਵਿਦ ਸਮ ਅਦਰ ਐਟਮ। ਲੈਟਸ ਸਪੋਜ਼ ਕਿ ਮੈਂ ਉਸ ਨੂੰ ਕਾਹਦੇ ਨਾਲ ਰਿਪਲੇਸ ਕਰ ਰਿਹਾ ਤੁਹਾਡੇ Z ਦੇ ਨਾਲ। ਤਾਂ ਲੈਟਸ ਸਪੋਜ਼ ਜੋ ਤੁਹਾਡੇ ਮਿਥਾਈਲ ਵਾਲੇ ਪ੍ਰੋਟੋਨ ਨੇ ਤਾਂ ਉਹਨਾਂ ਦੇ ਵਿੱਚੋਂ ਮੈਂ ਇੱਕ ਹਾਈਡਰੋਜਨ ਨੂੰ ਰਿਪਲੇਸ ਕਰਦਾ ਵਿਦ ਯੂਅਰ Z ਐਟਮ। ਤਾਂ ਜਦੋਂ ਵੀ ਦੇਖੋ ਮੈਂ ਕਿਸੇ ਵੀ ਇੱਕ ਹਾਈਡਰੋਜਨ ਨੂੰ ਰਿਪਲੇਸ ਕਰ ਰਿਹਾ ਹਾਂ ਮਿਥਾਈਲ ਗਰੁੱਪ ਦੇ ਤਾਂ ਆਪਾਂ ਨੂੰ ਸੇਮ ਦੇਖੋ ਕਿਸੇ ਵੀ ਇੱਕ ਹਾਈਡਰੋਜਨ ਤਿੰਨ ਹਾਈਡਰੋਜਨ ਲੱਗੇ ਹੋਏ ਨੇ ਤਾਂ ਤਿੰਨਾਂ ਦੇ ਵਿੱਚੋਂ ਮੈਂ ਕਿਸੇ ਵੀ ਇੱਕ ਹਾਈਡਰੋਜਨ ਨੂੰ ਅਗਰ ਰਿਪਲੇਸ ਕਰਦਾ ਹਾਂ ਵਿਦ ਯੂਅਰ ਅਦਰ ਐਟਮ Z ਤਾਂ ਮੈਨੂੰ ਸੇਮ ਹੀ environment ਮਿਲੇਗਾ। that means ਜੋ ਤਿੰਨੇ ਹਾਈਡਰੋਜਨ ਲੱਗੇ ਹੋਏ ਨੇ in your ਮਿਥਾਈਲ ਤਾਂ ਤਿੰਨੇ ਹਾਈਡਰੋਜਨ ਆਪਸ ਦੇ ਵਿੱਚ ਕੀ ਨੇ ਤੁਹਾਡੇ equivalent ਨੇ। ਤਿੰਨੇ ਹਾਈਡਰੋਜਨ three hydrogens of the methyl group are the
ਇਕੁਇਵਲੈਂਟ ਪ੍ਰੋਟੋਨਸ, ਦੈਟ ਮੀਨਸ ਤਿੰਨੇ ਹਾਈਡਰੋਜਨ ਜੋ ਮਿਥਾਈਲ ਤੇ ਲੱਗੇ ਹੋਏ ਨੇ ਉਹ ਸੇਮ ਇਨਵਾਇਰਨਮੈਂਟ ਖੁਦ ਦੇ ਵਿੱਚ ਸੇਮ ਇਨਵਾਇਰਨਮੈਂਟ ਦੇ ਵਿੱਚ ਨੇ, ਤਾਂ ਉਹ ਆਪਾਂ ਨੂੰ ਕੋਰਸਪੋਂਡਿੰਗ ਸਿਰਫ ਇੱਕ ਸਿਗਨਲ ਹੀ ਪ੍ਰੋਵਾਈਡ ਕਰਨਗੇ। ਸੋ ਥੀਸ ਪ੍ਰੋਟੋਨਸ ਆਰ ਯੂਅਰ ਇਕੁਇਵਲੈਂਟ। ਕਿਉਂਕਿ ਅਗਰ ਮੈਂ ਵਾਰੀ-ਵਾਰੀ ਕਰਕੇ ਇੱਕ ਇੱਕ ਨੂੰ ਰਿਪਲੇਸ ਵੀ ਕਰ ਦਾਂਗਾ ਤਾਂ ਮੈਨੂੰ ਇਸੇ ਤਰ੍ਹਾਂ ਦਾ ਹੀ ਸਟਰਕਚਰ ਮਿਲਣਾ ਹੈ CH2Z। ਸਿਮਿਲਰਲੀ ਅਗਰ ਮੈਂ CH2 ਕਾਰਬਨ ਜਿਸ ਨੂੰ ਆਪਾਂ ਮਿਥਾਈਲੀਨ ਪ੍ਰੋਟੋਨ ਬੋਲ ਦਿੰਦੇ ਹਾਂ, ਅਗਰ ਮੈਂ ਦੋਨਾਂ ਵਿੱਚੋਂ ਜੋ ਤੁਹਾਡੇ CH2 ਗਰੁੱਪ ਦੇ ਹੈ, ਅਗਰ ਦੋਨਾਂ ਵਿੱਚੋਂ ਮੈਂ ਕੋਈ ਵੀ ਇੱਕ ਪ੍ਰੋਟੋਨ ਨੂੰ Z ਨਾਲ ਰਿਪਲੇਸ ਕਰਦਾ ਵਾਰੀ-ਵਾਰੀ, ਤਾਂ ਮੈਨੂੰ ਜੋ ਸਟਰਕਚਰ obtained ਹੋਏਗਾ ਸਿਮਿਲਰ ਸਟਰਕਚਰ obtained ਹੋਏਗਾ। ਤਾਂ ਇਸੇ ਕਰਕੇ ਜੋ ਤੁਹਾਡੇ ਮਿਥਾਈਲੀਨ ਦੇ ਜੋ ਦੋਨੇ ਪ੍ਰੋਟੋਨਸ ਨੇ ਉਹ ਆਪਸ ਦੇ ਵਿੱਚ ਕੀ ਨੇ, ਇਕੁਇਵਲੈਂਟ ਨੇ, ਜਿਸ ਕਰਕੇ ਦੋਨੋਂ ਪ੍ਰੋਟੋਨ ਮਿਥਾਈਲੀਨ ਦੇ ਇੱਕ ਹੀ ਸਿਗਨਲ ਦੇਣਗੇ as we have discussed earlier in our above ਕੇਸ ਦੇ ਵਿੱਚ, ਹੈ ਨਾ। ਤਾਂ ਜੋ ਤੁਹਾਨੂੰ ਇੱਥੇ ਦੇਖੋ ਦੋ ਤਰ੍ਹਾਂ ਦੇ ਕੇਸ ਮਿਲਦੇ ਨੇ, ਪਹਿਲਾ ਤੁਹਾਨੂੰ CH3 ਕਰਕੇ ਇੱਕ ਸਿਗਨਲ ਮਿਲ ਰਿਹਾ ਹੈ ਐਂਡ ਦੂਸਰਾ that is due to the methylene proton ਜੋ ਤੁਹਾਨੂੰ ਦੂਸਰਾ ਸਿਗਨਲ ਮਿਲ ਰਿਹਾ ਹੈ। ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। ਸੈਕਿੰਡ ਚੀਜ਼ ਕੀ ਹੈ ਕਿ ਜਦੋਂ ਵੀ ਤੁਸੀਂ ਮਿਥਾਈਲੀਨ ਦਾ ਇੱਕ ਹਾਈਡਰੋਜਨ ਨੂੰ ਰਿਪਲੇਸ ਕਰਦੇ ਹੋ ਵਿਦ ਗਰੁੱਪ Z, ਤਾਂ ਦੇਖੋ ਤੁਹਾਨੂੰ ਇੱਥੇ ਕੀ ਮਿਲ ਸਕਦੇ ਨੇ, ਐਨੈਂਸ਼ੋ ਫਾਰਮ ਮਿਲ ਸਕਦੇ ਨੇ। ਮੰਨ ਲਓ ਕਿ ਤੁਸੀਂ ਇੱਧਰ ਵਾਲਾ ਹਾਈਡਰੋਜਨ ਰਿਪਲੇਸ ਕੀਤਾ ਤਾਂ ਤੁਹਾਨੂੰ ਇਹ ਮਿਲਿਆ, ਤਾਂ ਅਗਰ ਤੁਸੀਂ ਦੂਸਰਾ ਹਾਈਡਰੋਜਨ ਰਿਪਲੇਸ ਕਰ ਰਹੇ ਹੋ ਲੈਫਟ ਸਾਈਡ ਤੇ ਤਾਂ ਤੁਹਾਨੂੰ ਇਹ ਫਾਰਮ ਮਿਲ ਰਹੀ ਹੈ। ਤਾਂ ਦੋਨੋਂ ਆਪਸ ਦੇ ਵਿੱਚ ਕੀ ਨੇ, ਮਿਰਰ ਇਮੇਜ ਰਿਲੇਸ਼ਨਸ਼ਿਪ ਸ਼ੋ ਕਰ ਰਹੇ ਨੇ ਐਂਡ ਮਿਰਰ ਇਮੇਜ ਕੀ ਨੇ ਆਪਸ ਦੇ ਵਿੱਚ ਨॉन ਸੁਪਰ ਇੰਪੋਸੀਬਲ ਹੈ। ਥੀਸ ਆਰ ਨॉन ਸੁਪਰ ਇੰਪੋਸੀਬਲ ਮਿਰਰ ਇਮੇजेस, ਜਿਸ ਕਰਕੇ ਆਪਸ ਦੇ ਵਿੱਚ ਕੀ ਹੈ ਇਹ ਇਨੈਂਸ਼ੋਮਰਸ ਨੇ। ਤਾਂ ਜੋ ਤੁਹਾਡੇ ਇਨੈਂਸ਼ੋਮਰਸ ਹੁੰਦੇ ਨੇ ਉਹ NMR ਉਸ ਨੂੰ ਡਿਸਟਿੰਗੁਇਸ਼ ਨਹੀਂ ਕਰ ਪਾਉਂਦਾ, ਇਨੈਂਸ਼ੋਮਰ ਸੇਮ ਸਿਗਨਲ ਹੀ ਦਿੰਦੇ ਨੇ ਇਨ ਯੂਅਰ NMR। that is a very important point। ਜੋ ਵੀ ਤੁਹਾਡੇ enantiomers ਹੁੰਦੇ ਨੇ, NMR is not able to distinguish between the enantiomers। enantiomers ਦੇ corresponding ਜੋ ਤੁਹਾਨੂੰ ਸਿਗਨਲ ਮਿਲਦੇ ਨੇ ਉਹ ਤੁਹਾਨੂੰ ਕੀ ਮਿਲਦੇ ਨੇ, ਆਈਡੈਂਟੀਕਲ ਹੀ ਆਉਂਦੇ ਨੇ। ਇਸੇ ਕਰਕੇ ਜੋ ਤੁਹਾਡੇ ਮਿਥਾਈਲੀਨ ਦੇ ਪ੍ਰੋਟੋਨ ਨੇ ਉਹ ਤੁਹਾਨੂੰ ਸਿਰਫ ਇੱਕ ਸਿਗਨਲ ਹੀ ਦੇਣਗੇ। ਤਾਂ ਇੱਕ ਸਿਗਨਲ ਤੁਹਾਡਾ ਮਿਥਾਈਲੀਨ ਕਰਕੇ ਆਉਂਦਾ ਹੈ ਐਂਡ ਜੋ ਇੱਕ ਸਿਗਨਲ ਹੈ ਤੁਹਾਡਾ ਕਾਹਦੇ ਕਰਕੇ ਆਉਂਦਾ ਹੈ, ਤੁਹਾਡੇ ਮਿਥਾਈਲ ਕਰਕੇ। ਸੋ ਦੈਟ ਮੀਨਸ ਇੱਕ ਸਿਗਨਲ ਮਿਥਾਈਲੀਨ ਕਰਕੇ ਆ ਰਿਹਾ ਹੈ ਐਂਡ ਦੂਸਰਾ ਸਿਗਨਲ ਕਾਹਦੇ ਕਰਕੇ ਆ ਰਿਹਾ, ਤੁਹਾਡੇ ਮਿਥਾਈਲ ਗਰੁੱਪ ਕਰਕੇ। ਤਾਂ ਇਨ ਟੋਟਲ ਤੁਹਾਨੂੰ ਕਿੰਨੇ ਸਿਗਨਲ ਮਿਲ ਰਹੇ ਨੇ, ਤੁਹਾਨੂੰ 2 ਸਿਗਨਲਸ obtained ਹੋ ਰਹੇ ਨੇ। ਤਾਂ ਇਹ ਪੁਆਇੰਟ ਤੁਸੀਂ ਧਿਆਨ ਰੱਖਣਾ ਹੈ, ਪੇਪਰ 'ਚ ਕੋਈ ਵੀ ਐਗਜ਼ਾਮਪਲ ਆ ਸਕਦੀ ਹੈ, ਐਗਜ਼ਾਮਪਲ ਦੇ ਕੇ ਤੁਹਾਨੂੰ ਪੁੱਛ ਸਕਦੇ ਨੇ ਫॉर ਅ ਗਿਵਨ ਮੋਲੀਕਿਊਲ ਕਿੰਨੇ NMR ਤੁਹਾਡੇ ਸਿਗਨਲ ਪੋਸੀਬਲ ਨੇ। ਤਾਂ ਤੁਸੀਂ ਚੈੱਕ ਕਰਨਾ ਹੈ ਕਿੰਨੇ ਪ੍ਰੋਟੋਨ ਤੁਹਾਡੇ ਡਿਫਰੈਂਟ এনवायरमेंट ਦੇ ਵਿੱਚ ਪ੍ਰੈਜ਼ੈਂਟ ਨੇ, ਨॉन ਇਕੁਇਵਲੈਂਟ ਪ੍ਰੋਟੋਨਸ ਕਿੰਨੇ ਨੇ ਉਸ ਵਿੱਚ। ਜਿੰਨੇ ਨॉन ਇਕੁਇਵਲੈਂਟ ਪ੍ਰੋਟੋਨਸ ਹੋਣਗੇ that will be the gives the number of different signals in your NMR spectra। ਤਾਂ ਦੇਖੋ ਇਹਦੇ ਵਿੱਚ ਕੀ ਹੈ, ਦੇਖੋ ਦੋਨੋਂ ਸਾਈਡ ਕੇ ਸਿਮੈਟਰੀ ਪ੍ਰੈਜ਼ੈਂਟ ਹੈ ਨਾ। ਅਗਰ ਮੈਂ ਇੱਥੇ ਮਿਰਰ ਲਗਾ ਦਾਂ ਤਾਂ ਆਹ CH3 ਤੇ ਆਹ CH3 ਇੱਕ ਦੂਜੇ ਨੂੰ ਰਿਫਲੈਕਟ ਕਰ ਰਹੇ ਨੇ, ਮਤਲਬ ਦੋਨੋਂ CH3 ਇੱਕੋ ਜਿਹੇ ਨੇ। ਤਾਂ ਮੈਂ ਅਗਰ ਦੋਨਾਂ ਪ੍ਰੋਟੋਨਸ ਦੇ ਵਿੱਚੋਂ ਹਨਾ, ਦੋਨੋਂ ਸਾਈਡ ਦੇ ਵਿੱਚੋਂ ਕੋਈ ਵੀ ਇੱਕ ਨੂੰ ਰਿਪਲੇਸ ਕਰਦਾ, ਲੈਟਸ ਸਪੋਜ਼ ਰਾਈਟ ਸਾਈਡ ਤੋਂ ਕਰਤਾ ਜਾਂ ਮੈਂ ਲੈਫਟ ਸਾਈਡ ਤੋਂ ਕਰ ਰਿਹਾ ਹਾਂ, ਤਾਂ ਮੈਨੂੰ ਬਿਲਕੁਲ ਆਇਡੈਂਟੀਕਲ ਸਟਰਕਚਰ ਮਿਲ ਰਹੇ ਨੇ। ਦੈਟ ਮੀਨਸ ਜੋ ਤੁਹਾਡੇ ਇਹ ਪ੍ਰੋਟੋਨਸ ਨੇ ਦੈਟ ਆਰ ਆਇਡੈਂਟੀਕਲ। ਅਗਰ ਆਇਡੈਂਟੀਕਲ ਪ੍ਰੋਟੋਨਸ ਨੇ ਮਤਲਬ ਕਿੰਨੇ ਸਿਗਨਲ ਆਣਗੇ, ਸਿਰਫ ਤੁਹਾਨੂੰ ਇੱਕ ਹੀ ਸਿਗਨਲ obtained ਹੋਏਗਾ in your NMR spectroscopy। ਤਾਂ ਧਿਆਨ ਕੀ ਰੱਖਣਾ ਹੈ, ਬਸ ਤੁਸੀਂ ਚੈੱਕ ਕਰਨਾ ਹੈ equivalent protons and non equivalent protons। ਸੈਕਿੰਡ ਕੇਸ ਦੇ ਵਿੱਚ ਦੇਖੋ, ਅਗਰ ਤੁਸੀਂ ਇੱਥੇ ਦੇਖੋਗੇ ਕਿ ਦੇਖੋ ਜੋ ਤੁਹਾਡੇ CH3 ਵਾਲੇ ਪ੍ਰੋਟੋਨਸ ਨੇ ਦੋਨੋਂ ਸਾਈਡ ਫਿਰ ਤੋਂ ਕੀ ਹੈ, ਤੁਹਾਡੇ ਆਇਡੈਂਟੀਕਲ এনवायरमेंट ਦੇ ਵਿੱਚ ਪ੍ਰੈਜ਼ੈਂਟ ਨੇ। ਇਸ CH3 ਦੇ ਨਾਲ ਜੋ ਤੁਹਾਡਾ ਨਾਲ ਵਾਲਾ ਕਾਰਬਨ ਹੈ CHCl ਹੈ, ਇਸ CH3 ਦੇ ਨਾਲ ਵਾਲਾ ਕਾਰਬਨ ਵੀ ਤੁਹਾਡਾ CH3Cl ਹੈ। ਸੋ ਦੈਟ ਮੀਨਸ ਜੋ ਤੁਹਾਡੇ ਇੱਥੇ CH3 ਵਾਲੇ ਨੇ ਉਹ ਇੱਕ ਸਿਗਨਲ ਦੇਣਗੇ ਐਂਡ ਜੋ ਤੁਹਾਡਾ ਕਾਰਬਨ ਕਲੋਰੀਨ ਦੇ ਨਾਲ ਅਟੈਚਡ ਹੈ ਉਸ ਦੇ ਨਾਲ ਜੋ ਹਾਈਡਰੋਜਨ ਅਟੈਚਡ ਹੈ that gives a different signal because ਆਹ ਵਾਲਾ ਜੋ ਹਾਈਡਰੋਜਨ ਹੈ ਪ੍ਰੋਟੋਨ ਹੈ ਤੁਹਾਡਾ ਉਹ different environment ਦੇ ਵਿੱਚ present ਹੈ as compared to your methyl group। ਤਾਂ ਤੁਹਾਨੂੰ ਇਹ ਕੀ ਦੇਗਾ, ਇੱਕ different signal ਦੇਗਾ। so that means total signal ਕਿੰਨੇ ਮਿਲਣਗੇ ਤੁਹਾਨੂੰ ਇੱਥੇ NMR ਦੇ ਵਿੱਚ, 2 ਸਿਗਨਲ। ਕਿਉਂਕਿ ਇੱਥੇ ਤੁਹਾਡੇ ਕੋਲ ਦੋ ਤਰ੍ਹਾਂ ਦੇ non equivalent protons ਪਏ ਨੇ, first one is your methyl one and the second one ਜੋ ਤੁਹਾਡੇ secondary carbon ਦੇ ਨਾਲ attached ਨੇ that is that proton। ਤਾਂ ਦੇਖੋ this is your propyl chloride ਹੈ ਨਾ, ਇਹ ethyl chloride ਦਾ ਹੀ extended version ਹੈ। ਜਿੱਦਾਂ ਮੈਂ ਤੁਹਾਨੂੰ ethyl chloride ਕਿਹਾ ਸੀ ਦੋ ਸਿਗਨਲਸ ਆਣਗੇ corresponding to the ਨਾ two different non equivalent protons। ਤਾਂ ਇਸੇ ਤਰ੍ਹਾਂ ਜੋ ਤੁਹਾਡੇ ਇੱਥੇ ਦੇਖੋ ਤਿੰਨ ਸਿਗਨਲਸ ਆਣਗੇ corresponding to the A B
ਐਂਡ ਸੀ, ਬਿਕੋਜ਼ ਤਿੰਨੋਂ ਤਰ੍ਹਾਂ ਦੇ ਜੋ ਪ੍ਰੋਟੋਨ ਇੱਥੇ ਪ੍ਰੈਜ਼ੈਂਟ ਨੇ ਉਹ ਡਿਫਰੈਂਟ ਇਨਵਾਇਰਨਮੈਂਟ ਦੇ ਵਿੱਚ ਪ੍ਰੈਜ਼ੈਂਟ ਨੇ। ਤਾਂ A ਖੁਦ ਦੇ ਨਾਲ ਦੇਖੋ ਆਇਡੈਂਟੀਕਲ ਹੈ, ਬਟ B ਤੇ C ਦੇ ਨਾਲ ਕੀ ਹੈ, ਨॉन ਇਕੁਇਵਲੈਂਟ ਪ੍ਰੋਟੋਨਸ ਨੇ। ਤਾਂ ਤੁਹਾਡੇ ਕੋਲ ਟੋਟਲ ਕਿੰਨੇ ਸਿਗਨਲਸ ਆਣਗੇ ਇਹਦੇ ਵਿੱਚ, 3 ਸਿਗਨਲਸ ਆਬਟੇਨ ਹੋਣਗੇ। ਤਾਂ ਜਦੋਂ ਦੇਖੋ ਇਸ ਤਰ੍ਹਾਂ ਦੇ ਸਟਰਕਚਰਸ ਆਉਂਦੇ ਨੇ ਤਾਂ ਉਦੋਂ ਦੇਖੋ ਕੀ ਹੈ, ਆਪਾਂ ਨੂੰ ਮੈਥਡ ਲਗਾਉਣਾ ਥੋੜਾ ਜਿਹਾ ਕੀ ਰਹਿੰਦਾ ਹੈ, ਈਜ਼ੀ ਰਹਿੰਦਾ ਹੈ, ਕਨਵੀਨੀਅੰਟ ਰਹਿੰਦਾ ਹੈ। ਤਾਂ ਇੱਕ ਇੱਕ ਕਰਕੇ ਦੇਖੋ ਪ੍ਰੋਟੋਨ ਕਿੱਥੇ ਕਿੱਥੇ ਪ੍ਰੈਜ਼ੈਂਟ ਨੇ, ਤਾਂ ਉਹਨਾਂ ਨੂੰ ਇੱਕ ਇੱਕ ਕਰਕੇ ਰਿਪਲੇਸ ਕਰਨ ਦੀ ਕੋਸ਼ਿਸ਼ ਕਰੋ। ਪਹਿਲਾ ਮੈਂ A ਵਾਲਾ ਰਿਪਲੇਸ ਕਰਤਾ, ਦੂਸਰਾ ਮੈਂ B ਵਾਲਾ ਰਿਪਲੇਸ ਕਰਤਾ, ਤੀਸਰਾ ਮੈਂ C ਵਾਲਾ ਰਿਪਲੇਸ ਕਰਤਾ। ਤਾਂ ਤੁਸੀਂ ਦੇਖੋ ਤਿੰਨੋਂ ਸਟਰਕਚਰ ਆਪਸ ਦੇ ਵਿੱਚ ਕੀ ਨੇ, ਡਿਫਰੈਂਟ ਨੇ। ਡਿਫਰੈਂਟ ਕਿੱਦਾਂ ਨੇ, ਦੇਖੋ ਪਹਿਲਾ ਕੀ ਹੈ, ਪਹਿਲੇ ਦੇ ਵਿੱਚ ਤਾਂ ਬਿਲਕੁਲ ਹੀ ਡਿਫਰੈਂਟ ਐਸ ਕੰਪੇਅਰ ਟੂ ਦਾ ਅਦਰ ਟੂ। ਸੈਕਿੰਡ ਦੇ ਵਿੱਚ ਦੇਖੋ Z ਤੇ ਜੋ ਥੋੜਾ Br ਹੈ ਆਪਸ ਵਿੱਚ ਟ੍ਰਾਂਸਪੋਜੀਸ਼ਨ ਤੇ ਨੇ, ਐਂਡ ਜੋ ਥੋੜਾ ਥਰਡ ਹੈ ਇਹਦੇ ਵਿੱਚ Br ਤੇ Z ਸੇਮ ਸਾਈਡ ਤੇ ਨੇ। that means ਤਿੰਨੋਂ ਹੀ ਸਟਰਕਚਰ ਤੁਹਾਡੇ ਡਿਫਰੈਂਟ ਨੇ, ਇਸੇ ਕਰਕੇ ਜੋ ਤੁਹਾਡੇ ਤਿੰਨੋਂ ਪ੍ਰੋਟੋਨਸ ਨੇ that are non equivalent protons and corresponding to the three non equivalent protons ਤੁਹਾਨੂੰ ਕਿੰਨੇ ਸਿਗਨਲ ਮਿਲਣਗੇ ਤੁਹਾਡੇ NMR ਦੇ ਵਿੱਚ, 3 ਸਿਗਨਲ obtained ਹੋਣਗੇ। ਤਾਂ ਬਸ ਤੁਸੀਂ ਏਦਾਂ ਹੀ ਹਰ ਇੱਕ ਜੋ ਗਿਵਨ ਮੋਲੀਕਿਊਲ ਹੈ ਉਹਦੇ ਵਿੱਚ ਲਿਖ ਕੇ ਚੈੱਕ ਕਰਨਾ ਹੈ ਕਿ ਉਸਦੇ ਵਿੱਚ ਕਿੰਨੇ ਤੁਹਾਡੇ ਕੋਲ ਪੋਸੀਬਲ ਨॉन ਇਕੁਇਵਲੈਂਟ ਪ੍ਰੋਟੋਨਸ ਹੋ ਸਕਦੇ ਨੇ, ਐਂਡ ਜਿੰਨੇ ਨॉन ਇਕੁਇਵਲੈਂਟ ਪ੍ਰੋਟੋਨਸ ਹੋਣਗੇ corresponding to that ਤੁਹਾਨੂੰ ਓਨੇ ਹੀ ਸਿਗਨਲਸ ਕੀ ਹੋਣਗੇ, obtained ਹੋਣਗੇ। ਤਾਂ ਦੇਖੋ ਫਸਟ ਕੁਐਸਚਨ ਦੇ ਵਿੱਚ ਤੁਸੀਂ ਰਿਪਲੇਸ ਕਰ ਸਕਦੇ ਹੋ। ਦੇਖੋ ਦੋਨੋਂ ਸਾਈਡ ਅਗਰ ਦੇਖੋ ਇੱਥੇ ਮੈਂ ਦੇਖੋ ਪਲੇਨ ਪਾਸ ਕਰਵਾ ਦਾਂ ਤਾਂ ਦੋਨੋਂ ਇਹ ਕੀ ਹੈ, ਇੱਕ ਦੂਜੇ ਨੂੰ ਕੀ ਹੈ, ਫਸਟ ਲੈਫਟ ਪਾਰਟ ਰਾਈਟ ਪਾਰਟ ਨੂੰ ਕੀ ਕਰ ਰਿਹਾ, ਰਿਫਲੈਕਟ ਕਰ ਰਿਹਾ ਹੈ। ਤਾਂ ਦੋਨੋਂ ਕੀ ਆ ਰਹੇ ਨੇ, ਤੁਹਾਡੇ ਆਇਡੈਂਟੀਕਲ ਪਾਰਟ ਨੇ। ਸੋ ਦੈਟ ਮੀਨਸ ਦੋਨੋਂ ਇਸ ਤਰ੍ਹਾਂ ਦੇ ਜੋ ਪ੍ਰੋਟੋਨਸ ਨੇ ਦੋਨੋਂ ਇੱਕ ਦੂਜੇ ਦੇ ਨਾਲ ਕੀ ਹੈ, ਆਇਡੈਂਟੀਕਲ ਇਨਵਾਇਰਨਮੈਂਟ ਦੇ ਵਿੱਚ ਪ੍ਰੈਜ਼ੈਂਟ ਨੇ। ਸੋ ਥੀਸ ਆਰ ਯੂਅਰ ਇਕੁਇਵਲੈਂਟ ਪ੍ਰੋਟੋਨ। ਤਾਂ ਇਹ ਕੀ ਆਪਸ ਦੇ ਵਿੱਚ ਇਕੁਇਵਲੈਂਟ ਪ੍ਰੋਟੋਨਸ ਨੇ, ਤਾਂ ਇੱਕ ਹੀ ਸਿਗਨਲ ਤੁਹਾਨੂੰ ਪ੍ਰੋਵਾਈਡ ਕਰਨਗੇ। ਤਾਂ NMR ਦੇ ਵਿੱਚ ਸਿਗਨਲ ਕਿੰਨੇ ਆਣਗੇ, ਤੁਹਾਨੂੰ 1 ਸਿਗਨਲ ਆਏਗਾ। ਸਿਮਿਲਰਲੀ ਸੈਕਿੰਡ ਕੀ ਹੈ ਤੁਹਾਡਾ, ਈਥਰ ਹੈ, ਦਿਸ ਇਜ਼ ਯੂਅਰ ਈਥਰ ਕੰਪਾਊਂਡ। ਤਾਂ ਈਥਰ ਦੇ ਵਿੱਚ ਦੇਖੋ ਤੁਸੀਂ ਪਲੇਨ ਪਾਸ ਕਰੋਗੇ ਤਾਂ ਆਹ CH3 ਇਸ CH3 ਨੂੰ ਰਿਫਲੈਕਟ ਕਰ ਰਿਹਾ ਹੈ, ਬਿਲਕੁਲ ਆਇਡੈਂਟੀਕਲ ਇਨਵਾਇਰਨਮੈਂਟ ਦੇ ਵਿੱਚ ਪ੍ਰੈਜ਼ੈਂਟ ਨੇ। ਤਾਂ 6 ਪ੍ਰੋਟੋਨ ਨੇ, 6 ਪ੍ਰੋਟੋਨ ਦੇ ਕੋਰਸਪੋਂਡਿੰਗ ਤੁਹਾਨੂੰ ਇੱਕ ਹੀ ਸਿਗਨਲ ਆਬਟੇਨ ਹੋਏਗਾ, ਬਿਕੋਜ਼ ਥੀਸ ਆਰ ਯੂਅਰ ਇਕੁਇਵਲੈਂਟ ਪ੍ਰੋਟੋਨਸ। ਨੈਕਸਟ ਵੀ ਦੇਖੋ ਈਥਰ ਦਾ ਹੀ ਪਾਰਟ ਹੈ, that is your methyl ethyl ether, ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਮਿਥਾਈਲ ਇਥਾਈਲ ਈਥਰ। ਪੇਪਰ ਦੇ ਵਿੱਚ ਦੇਖੋ ਤੁਹਾਨੂੰ ਨਾਮ ਦੇ ਕੇ ਵੀ ਪੁੱਛ ਸਕਦੇ ਨੇ ਕਿ ਇਨ ਮਿਥਾਈਲ ਇਥਾਈਲ ਈਥਰ ਨੰਬਰ ਆਫ NMR ਸਿਗਨਲ ਕਿੰਨੇ ਨੇ। ਤਾਂ ਤੁਹਾਨੂੰ ਇਸ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਕਿੱਦਾਂ ਡਰਾ ਕਰ ਸਕਦੇ ਹਾਂ ਸਟਰਕਚਰ। ਤਾਂ ਤੁਸੀਂ ਦੇਖ ਸਕਦੇ ਹੋ, ਦੇਖੋ ਇਸ ਦੇ ਕੋਰਸਪੋਂਡਿੰਗ ਤੁਹਾਨੂੰ ਡਿਫਰੈਂਟ ਸਿਗਨਲ ਮਿਲੇਗਾ। ਅਗਰ ਮੈਂ ਇੱਕ ਹਾਈਡਰੋਜਨ ਨੂੰ ਰਿਪਲੇਸ ਕਰਦਾ ਤਾਂ ਤੁਹਾਡੇ ਕੋਲ ਦੇਖੋ ਆਹ ਸਟਰਕਚਰ ਬਣੇਗਾ। ਅਗਰ ਮੈਂ CH2 ਮਿਥਾਈਲ ਨੂੰ ਰਿਪਲੇਸ ਕਰਦਾ ਇੱਕ ਹਾਈਡਰੋਜਨ ਨੂੰ ਤਾਂ ਕੋਰਸਪੋਂਡਿੰਗ ਟੂ ਦੈਟ ਤੁਹਾਨੂੰ ਇੱਕ ਡਿਫਰੈਂਟ ਸਿਗਨਲ ਮਿਲੇਗਾ। ਅਗਰ ਮੈਂ ਤੁਹਾਡੇ CH3 ਵਾਲੇ ਕਾਰਬਨ ਜਿਸ ਨੂੰ ਮੈਂ C ਡੋਨੋਟ ਕੀਤਾ ਹੈ, ਅਗਰ ਮੈਂ ਇਸ ਨੂੰ ਰਿਪਲੇਸ ਕਰ ਦਿੰਦਾ ਹਾਂ ਤਾਂ ਤੁਹਾਨੂੰ ਇੱਕ ਡਿਫਰੈਂਟ ਸਟਰਕਚਰ ਮਿਲੇਗਾ। ਸੋ ਦੈਟ ਮੀਨਸ ਤੁਹਾਨੂੰ ਤਿੰਨ ਤਰ੍ਹਾਂ ਦੇ ਸਟਰਕਚਰਸ ਮਿਲ ਰਹੇ ਨੇ ਡਿਫਰੈਂਟ। ਦੈਟ ਮੀਨਸ ਤਿੰਨੇ ਜੋ ਪ੍ਰੋਟੋਨਸ ਨੇ A B C ਟਾਈਪ ਦੈਟ ਆਰ ਆਲ ਡਿਫਰੈਂਟ। ਤਾਂ ਦੈਟ ਮੀਨਸ ਸਿਗਨਲ ਇੱਥੇ ਕਿੰਨੇ ਮਿਲਣਗੇ, ਤੁਹਾਨੂੰ ਟੋਟਲ 3 ਸਿਗਨਲਸ ਮਿਲਣਗੇ ਇਨ ਯੂਅਰ NMR। ਨੈਕਸਟ ਦੇਖੋ ਤੁਹਾਡਾ D ਵਾਲਾ ਪਾਰਟ ਹੈ। D ਵਾਲੇ ਪਾਰਟ ਦੇ ਵਿੱਚ ਦੇਖੋ ਸਾਰੇ ਹੀ ਤੁਹਾਡੇ ਇੱਥੇ ਮਿਥਾਈਲ ਗਰੁੱਪਸ ਨੇ, ਬਿਲਕੁਲ ਇੱਕ ਦੂਜੇ ਦੇ ਨਾਲ ਆਇਡੈਂਟੀਕਲ ਨੇ। ਅਗਰ ਮੈਂ ਇੱਥੋਂ ਪਲੇਨ ਪਾਸ ਕਰਾਂ ਤਾਂ ਇਹ ਇੱਕ ਦੂਜੇ ਨੂੰ ਰਿਫਲੈਕਟ ਕਰ ਰਹੇ ਨੇ। ਅਗਰ ਮੈਂ ਇੱਥੋਂ ਪਾਸ ਕਰਾਂ ਮਿਰਰ ਤਾਂ ਆਹ ਵਾਲਾ ਇਸ ਨੂੰ ਰਿਫਲੈਕਟ ਕਰ ਰਿਹਾ ਹੈ। ਦੈਟ ਮੀਨਸ all CH3 ਦੇ ਜੋ ਤੁਹਾਡੇ ਪ੍ਰੋਟੋਨਸ ਨੇ, all 12 ਪ੍ਰੋਟੋਨਸ ਕੀ ਨੇ ਤੁਹਾਡੇ, ਬਿਲਕੁਲ ਆਇਡੈਂਟੀਕਲ ਨੇ। ਆਇਡੈਂਟੀਕਲ ਹੋਣ ਕਰਕੇ ਕੀ ਹੈ, ਸਾਰੇ ਦੇ ਸਾਰੇ ਪ੍ਰੋਟੋਨ ਕੀ ਹੈ, ਇਕੁਇਵਲੈਂਟ ਨੇ। ਇਕੁਇਵਲੈਂਟ ਹੋਣ ਕਰਕੇ ਕਿੰਨੇ ਸਿਗਨਲ ਆਬਟੇਨਡ ਹੋਣਗੇ, ਤੁਹਾਨੂੰ ਟੋਟਲ 1 ਸਿਗਨਲ ਇਨ ਯੂਅਰ NMR ਸਪੈਕਟ੍ਰੋਸਕੋਪੀ। ਤਾਂ NMR ਦੇ ਵਿੱਚ ਤੁਹਾਨੂੰ ਟੋਟਲ ਇੱਕ ਸਿਗਨਲ ਹੀ ਆਬਟੇਨਡ ਹੋਏਗਾ ਇਨ ਦੈਟ ਫॉर द ਕੇਸ ਆਫ ਯੂਅਰ D ਕੁਐਸਚਨ। ਨੈਕਸਟ ਹੈ ਤੁਹਾਡਾ ਪੋਜੀਸ਼ਨ ਆਫ ਸਿਗਨਲ ਐਂਡ ਕੈਮੀਕਲ ਸ਼ਿਫਟ। ਦੇਖੋ ਹੁਣ ਆਪਾਂ ਇਹ ਤਾਂ ਸਿੱਖ ਲਿਆ ਹੈ ਕਿੰਨੇ ਨੰਬਰ ਆਫ ਸਿਗਨਲਸ ਆਣਗੇ ਫॉर ਯੂਅਰ ਗਿਵਨ ਮੋਲੀਕਿਊਲ ਇਨ ਯੂਅਰ NMR ਸਪੈਕਟਰਾ। ਹੁਣ ਸਿਗਨਲ ਆਏਗਾ ਕਿੱਥੇ, ਉਸਦੀ ਪੋਜੀਸ਼ਨ ਕੀ ਹੋਏਗੀ, ਕਿਸ ਵੈਲਿਊ ਤੇ ਉਹ ਸਿਗਨਲ ਆਏਗਾ, ਹੁਣ ਆਪਾਂ ਇਹ ਚੀਜ਼ ਸਿੱਖਣੀ ਹੈ। ਤਾਂ ਨੰਬਰ ਆਫ ਸਿਗਨਲਸ ਇਨ NMR ਉਹ ਆਪਾਂ ਨੂੰ ਕੀ ਦੱਸਦੇ ਨੇ, ਕਿੰਨੇ ਤਰ੍ਹਾਂ ਦੇ ਪ੍ਰੋਟੋਨ ਤੁਹਾਡੇ ਮੋਲੀਕਿਊਲ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਬਟ ਜੋ ਤੁਹਾਡੀ ਪੋਜੀਸ਼ਨ ਹੈ ਪ੍ਰੋਟੋਨ ਦੀ, ਜੋ ਸਿਗਨਲ ਦੀ ਜੋ ਪੋਜੀਸ਼ਨ ਹੈ ਉਹ ਆਪਾਂ ਨੂੰ ਕੀ ਦੱਸਦਾ ਹੈ, ਐਕਚੁਅਲ ਨੇਚਰ ਆਫ ਪ੍ਰੋਟੋਨ, ਕਿ ਜੋ ਤੁਹਾਡਾ ਪ੍ਰੋਟੋਨ ਹੈ ਉਹ ਕਿਸ ਗਰੁੱਪ ਦੇ ਨਾਲ ਅਟੈਚਡ ਹੈ, ਵੈਦਰ ਐਲੀਫੈਟਿਕ ਦੇ ਨਾਲ, ਐਰੋਮੈਟਿਕ ਗਰੁੱਪ ਦੇ ਨਾਲ ਅਟੈਚਡ ਹੈ ਜਾਂ ਐਲਾਈਲਿਕ ਗਰੁੱਪ ਦੇ ਨਾਲ ਅਟੈਚਡ ਹੈ। ਤਾਂ ਪੋਜੀਸ਼ਨ ਆਪਾਂ ਨੂੰ ਪਾਰਟਿਕੂਲਰ ਨੇਚਰ ਬਾਰੇ ਦੱਸਦੀ ਹੈ ਪ੍ਰੋਟੋਨ ਦੇ, ਕਿ ਜੋ ਉਹ ਪ੍ਰੋਟੋਨ ਹੈ ਉਹ ਕਿਸ ਗਰੁੱਪ ਦੇ ਨਾਲ ਅਟੈਚਡ ਹੈ।
ਜਦਕਿ ਜੋ ਤੁਹਾਨੂੰ ਨੰਬਰ ਆਫ ਸਿਗਨਲਸ ਨੇ ਆਪਾਂ ਨੂੰ ਕੀ ਦੱਸਦੇ ਨੇ ਅਬਾਊਟ ਦਾ ਟਾਈਪ ਆਫ ਪ੍ਰੋਟੋਨਸ ਪ੍ਰੈਜ਼ੈਂਟ ਇਨ ਯੂਅਰ ਗਿਵਨ ਮੋਲੀਕਿਊਲ, ਕਿ ਗਿਵਨ ਮੋਲੀਕਿਊਲ ਦੇ ਵਿੱਚ ਕਿੰਨੇ ਤਰ੍ਹਾਂ ਦੇ ਪ੍ਰੋਟੋਨ ਤੁਹਾਡੇ ਪ੍ਰੈਜ਼ੈਂਟ ਨੇ। ਦੇਖੋ ਹੁਣ ਜੋ ਪੋਜੀਸ਼ਨ ਹੈ ਸਿਗਨਲ ਦੀ ਉਹ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ, ਸ਼ੀਲਡਿੰਗ ਐਂਡ ਡੀਸ਼ੀਲਡਿੰਗ ਆਫ ਦਾ ਪ੍ਰੋਟੋਨਸ। ਹੁਣ ਦੇਖੋ ਸ਼ੀਲਡਿੰਗ ਤੇ ਡੀਸ਼ੀਲਡਿੰਗ ਦਾ ਮਤਲਬ ਕੀ ਹੈ, ਸ਼ੀਲਡਿੰਗ ਮਤਲਬ ਕੀ ਹੁੰਦਾ ਤੁਹਾਡਾ ਪ੍ਰੋਟੈਕਟ ਕਰਨਾ। ਦੇਖੋ ਜੋ ਕਿਸੇ ਚੀਜ਼ ਨੂੰ ਜਿੰਨਾ ਜ਼ਿਆਦਾ ਪ੍ਰੋਟੈਕਟ ਕਰੇਗਾ ਉਹ ਪਰਸਨ ਓਨਾ ਕੀ ਹੁੰਦਾ ਹੈ, ਆਪਾਂ ਕਹਿ ਦਿੰਦੇ ਹਾਂ ਜ਼ਿਆਦਾ ਸਿਕਿਉਰਿਟੀ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ। ਜਿਵੇਂ ਕਿ ਸਮਝ ਸਕਦੇ ਹੋ ਜਿਵੇਂ ਇੱਕ ਰਾਜਾ ਹੈ ਹਨਾ, ਤਾਂ ਰਾਜਾ ਨੂੰ ਸਭ ਤੋਂ ਜ਼ਿਆਦਾ ਸਿਕਿਉਰਿਟੀ ਦਿੱਤੀ ਜਾਂਦੀ ਹੈ ਤਾਂ ਕਿ ਉਸਦੇ ਕੋਲ ਕੋਈ ਵੀ ਦੁਸ਼ਮਣੀ ਸੈਨਾ ਹੈ ਹਨਾ, ਕੋਈ ਵੀ ਉਹਦਾ ਇਨਵੇਡਰ ਹੈ ਉਹ ਰਾਜਾ ਕੋਲ, ਕਿੰਗ ਕੋਲ ਨਾ ਪਹੁੰਚ ਸਕੇ, ਤਾਂ ਉਸਨੂੰ ਆਪਾਂ ਪ੍ਰੋਟੈਕਟ ਕਰਦੇ ਹਾਂ, ਸ਼ੀਲਡ ਕਰਦੇ ਹਾਂ। ਤਾਂ ਇਸੇ ਤਰ੍ਹਾਂ ਤੁਸੀਂ ਇੱਥੇ ਕੰਸੀਡਰ ਕਰ ਸਕਦੇ ਹੋ ਕਿ ਅਗਰ ਪ੍ਰੋਟੋਨ ਤੁਹਾਡਾ ਸ਼ੀਲਡਡ ਹੈ, ਪ੍ਰੋਟੋਨ ਸ਼ੀਲਡਡ ਹੈ ਦੈਟ ਮੀਨਸ ਉਸਦੀ ਜੋ ਵੈਲਿਊ ਹੋਏਗੀ, ਦੈਟ ਮੀਨਸ ਉਹ ਬਹੁਤ ਹੀ ਜ਼ਿਆਦਾ ਕੀਮਤੀ ਪਰਸਨ ਹੈ, ਤਾਂ ਉਸਦੀ ਵੈਲਿਊ ਕੀ ਹੋਏਗੀ, ਬਹੁਤ ਹੀ ਜ਼ਿਆਦਾ ਹਾਈ ਆਏਗੀ। ਮਤਲਬ ਜੋ ਵੀ ਸਿਗਨਲ ਆਏਗਾ ਸ਼ੀਲਡਡ ਪ੍ਰੋਟੋਨ ਦਾ ਉਹ ਕੀ ਆਏਗਾ ਤੁਹਾਡਾ ਹਾਈ ਵੈਲਿਊ ਤੇ ਆਏਗਾ, ਸਿਗਨਲ ਕੀ ਆਏਗਾ ਅਪਫੀਲਡ ਆਏਗਾ। ਤਾਂ ਤੁਸੀਂ ਇਸਨੂੰ ਏਦਾਂ ਕੰਸੀਡਰ ਕਰ ਸਕਦੇ ਹੋ ਕਿ ਜੋ ਜਿਸ ਚੀਜ਼ ਨੂੰ ਆਪਾਂ ਜਿੰਨਾ ਜ਼ਿਆਦਾ ਸ਼ੀਲਡਿੰਗ ਦਿੱਤੀ ਹੋਈ ਹੈ, ਪ੍ਰੋਟੈਕਸ਼ਨ ਦਿੱਤੀ ਹੋਈ ਹੈ, ਦੈਟ ਮੀਨਸ ਉਸ ਪਰਸਨ ਦਾ ਉਨਾ ਹੀ ਜ਼ਿਆਦਾ ਸਟੇਟਸ ਹੈ, ਦੈਟ ਮੀਨਸ ਉਸ ਨਿਊਕਲੀਅਸ ਦਾ ਉਨਾ ਹੀ ਜ਼ਿਆਦਾ ਸਟੇਟਸ ਹੈ, ਉਸਦਾ ਜੋ ਰੁਤਬਾ ਹੈ ਉਹ ਬਹੁਤ ਹੀ ਜ਼ਿਆਦਾ ਹਾਈ ਹੈ। ਤਾਂ ਹਾਈ ਦਾ ਮਤਲਬ ਕੀ ਹੈ, ਜੋ ਉਸਦਾ ਸਿਗਨਲ ਆਏਗਾ, ਜੋ ਉਸਦੀ ਪੋਜੀਸ਼ਨ ਹੈ ਉਹ ਕਾਫੀ ਅਪਫੀਲਡ ਆਏਗੀ, ਉੱਪਰ ਦੀ ਤਰਫ ਆਏਗੀ। ਔਨ ਦਾ ਅਦਰ ਹੈਂਡ ਜੋ ਤੁਹਾਡਾ ਸਿਗਨਲ, ਜੋ ਤੁਹਾਡਾ ਪ੍ਰੋਟੋਨ ਜਾਂ ਨਿਊਕਲੀਅਸ ਹੈ ਉਹ ਡੀਸ਼ੀਲਡ ਹੈ, ਤਾਂ ਉਸਦਾ ਜੋ ਰੁਤਬਾ ਹੈ ਬਹੁਤ ਹੀ ਜ਼ਿਆਦਾ ਘੱਟ ਹੈ, ਉਸਦਾ ਜੋ ਸਿਗਨਲ ਹੈ ਉਹ ਕੀ ਆਏਗਾ ਤੁਹਾਡਾ ਡਾਊਨਫੀਲਡ ਆਏਗਾ। ਹੁਣ ਦੇਖੋ ਗੱਲ ਆਉਂਦੀ ਹੈ ਕਿ ਆਪਾਂ ਨੂੰ ਕਿੱਦਾਂ ਪਤਾ ਚੱਲੇਗਾ ਕਿ ਕੋਈ ਵੀ ਜੋ ਤੁਹਾਡਾ ਗਿਵਨ ਮੋਲੀਕਿਊਲ ਹੈ ਉਹਦੇ ਵਿੱਚ ਜੋ ਤੁਹਾਡੇ ਪਾਰਟਿਕੂਲਰ ਨਿਊਕਲੀਅਸ ਨੇ ਉਹ ਤੁਹਾਡੇ ਸ਼ੀਲਡਡ ਨੇ ਜਾਂ ਇਨਸ਼ੀਲਡਡ ਨੇ। ਤਾਂ ਦੇਖੋ ਕੀ ਹੈ ਕਿ ਦੇਖੋ ਤੁਹਾਨੂੰ ਪਤਾ ਹੈ ਨਿਊਕਲੀਅਸ ਦੇ ਵਿੱਚ ਇਲੈਕਟ੍ਰੋਨ ਨੇ, ਤਾਂ ਕੋਈ ਵੀ ਰਿਵੋਲਵਿੰਗ ਚੀਜ਼ ਹੈ ਉਹ ਕੀ ਜਨਰੇਟ ਕਰਦੀ ਹੈ, ਇੱਕ ਫੀਲਡ ਨੂੰ ਜਨਰੇਟ ਕਰਦੀ ਹੈ ਜਿਸ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਇੰਡਿਊਸਡ ਫੀਲਡ, ਜਿਸ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਇੰਡਿਊਸਡ ਫੀਲਡ। ਦੈਟ ਮੀਨਸ ਜੋ ਤੁਹਾਡੇ ਇਲੈਕਟ੍ਰੋਨ ਰਿਵੋਲਵ ਕਰ ਰਹੇ ਨੇ ਅਰਾਊਂਡ ਦਾ ਨਿਊਕਲੀਅਸ ਉਹ ਇੱਕ ਫੀਲਡ ਨੂੰ ਜਨਰੇਟ ਕਰ ਰਹੇ ਨੇ, ਐਂਡ ਇੱਕ ਫੀਲਡ ਮੈਗਨੈਟਿਕ ਫੀਲਡ ਜੋ ਆਪਾਂ ਬਾਹਰ ਤੋਂ ਲਗਾਈ ਹੈ ਉਹ ਵੀ ਆਪਣੀ ਜਨਰੇਟ ਕਰ ਰਹੀ ਹੈ। ਤਾਂ ਅਗਰ ਦੋਨੋਂ ਫੀਲਡ ਇੱਕ ਦੂਜੇ ਨੂੰ ਦੇਖੋ ਅਪੋਜ਼ ਕਰ ਸਕਦੀਆਂ ਨੇ, देयर आर टू ਪੋਸਿਬਿਲਿਟੀ ਕਿ ਜੋ ਆਪਾਂ ਮੈਗਨੈਟਿਕ ਫੀਲਡ ਲਗਾਈ ਹੈ ਲੈਟਸ ਸਪੋਜ਼ ਉਹ ਇਸ ਡਾਇਰੈਕਸ਼ਨ 'ਚ ਹੈ, ਤਾਂ ਇਲੈਕਟ੍ਰੋਨ ਦੀ ਜੋ ਫੀਲਡ ਹੈ ਉਹ ਡਾਊਨ ਫੀਲਡ ਵੀ ਹੋ ਸਕਦੀ ਹੈ, ਐਂਡ ਜੋ ਇਲੈਕਟ੍ਰੋਨ ਦੀ ਫੀਲਡ ਹੈ ਉਹ ਅਪ ਫੀਲਡ ਵੀ ਹੋ ਸਕਦੀ ਹੈ, ਦੈਟ ਇਜ਼ ਇਨ ਦਾ ਡਾਇਰੈਕਸ਼ਨ ਆਫ ਦਾ ਅਪਲਾਈਡ ਗਿਵਨ ਮੈਗਨੈਟਿਕ ਫੀਲਡ। ਤਾਂ ਦੇਖੋ ਦੋ ਤਰ੍ਹਾਂ ਦੇ ਆਪਸ਼ਨਸ ਅਵੇਲੇਬਲ ਨੇ, ਜਾਂ ਤਾਂ ਉਹ ਅਪੋਜ਼ ਕਰੇ ਜਾਂ ਉਹਨੂੰ ਕੀ ਕਰੇ ਰੀਇਨਫੋਰਸ ਕਰੇ, ਮਤਲਬ ਉਸੇ ਡਾਇਰੈਕਸ਼ਨ ਦੇ ਵਿੱਚ ਪ੍ਰੈਜ਼ੈਂਟ ਹੋਵੇ। ਤਾਂ ਅਗਰ ਉਹ ਦੇਖੋ ਕੀ ਕਰ ਰਹੀ ਹੈ ਅਪੋਜ਼ ਕਰਦੀ ਹੈ, ਤਾਂ ਅਗਰ ਦੇਖੋ ਸਿਸਟਮ ਉਸਨੂੰ ਮੈਗਨੈਟਿਕ ਫੀਲਡ ਨੂੰ ਜੋ ਹੈ ਉਸਨੂੰ ਅਪੋਜ਼ ਕਰ ਰਿਹਾ ਹੈ, ਦੈਟ ਮੀਨਸ ਜੋ ਤੁਹਾਡੇ ਪ੍ਰੋਟੋਨਸ ਨੇ, ਜੋ ਤੁਹਾਡਾ ਨਿਊਕਲੀਅਸ ਹੈ ਉਸਨੂੰ ਪ੍ਰੋਪਰ ਮੈਗਨੈਟਿਕ ਫੀਲਡ ਅਪਲਾਈ ਨਹੀਂ ਹੋ ਰਿਹਾ, ਬਿਕੋਜ਼ ਸਿਸਟਮ ਕੀ ਕਰ ਰਿਹਾ ਤੁਹਾਡਾ ਅਪੋਜ਼ ਕਰ ਰਿਹਾ ਹੈ। ਤਾਂ ਅਪੋਜ਼ ਕਰਕੇ ਜੋ ਵੈਲਿਊ ਹੈ ਉਹ ਤੁਹਾਨੂੰ ਬਹੁਤ ਹੀ ਘੱਟ ਮਿਲ ਰਹੀ ਹੈ। ਲੈਟਸ ਸਪੋਜ਼ ਉੱਪਰ ਦੀ ਤਰਫ ਵੈਲਿਊ 10 ਹੈ ਐਂਡ ਓਪੋਜੀਸ਼ਨ 5 ਹੈ, ਤਾਂ ਉਸਨੂੰ ਜੋ ਪ੍ਰੋਟੋਨ ਹੈ ਉਸਨੂੰ ਓਵਰਆਲ ਜੋ ਵੈਲਿਊ ਮਿਲ ਰਹੀ ਹੈ ਕਿੰਨੀ ਮਿਲ ਰਹੀ ਹੈ 5 ਵੈਲਿਊ ਮਿਲ ਰਹੀ ਹੈ। ਔਨ ਦਾ ਅਦਰ ਹੈਂਡ ਕਿ ਜੋ ਅਗਰ ਵੈਲਿਊ ਦੇਖੋ ਅਪਲਾਈਡ ਹੈ ਉਹ 10 ਹੈ ਐਂਡ ਜੋ ਤੁਹਾਡਾ ਇੰਡਿਊਸਡ ਫੀਲਡ ਹੈ ਉਹ ਵੈਲਿਊ 5 ਹੈ, ਤਾਂ ਇੱਕ ਦੂਜੇ ਨੂੰ ਕੀ ਕਰ ਰਹੀਆਂ ਨੇ ਰੀਇਨਫੋਰਸ ਕਰ ਰਹੀਆਂ ਨੇ, ਸੇਮ ਡਾਇਰੈਕਸ਼ਨ ਵੱਲ ਲੱਗ ਰਹੀਆਂ ਨੇ। ਤਾਂ ਆਪਾਂ ਨੂੰ ਜੋ ਓਵਰਆਲ ਫੀਲਡ ਆਬਜ਼ਰਵ ਹੋਏਗੀ ਪਾਰਟਿਕੂਲਰ ਨਿਊਕਲੀਅਸ ਨੂੰ ਜੋ ਠੀਕ ਹੈ ਉਹ ਫੀਲ ਕਰੇਗਾ, ਆਬਜ਼ਰਵਡ ਕਰੇਗਾ, ਉਹ ਕਿੰਨੀ ਕਰੇਗਾ ਉਹ 15 ਕਰੇਗਾ। ਦੈਟ ਮੀਨਸ ਉਹ ਜੋ ਪ੍ਰੋਟੋਨ ਹੈ ਉਹ ਆਪਣਾ ਹਾਇਰ ਉਸਦੇ ਕੋਲ ਕੀ ਹੋਏਗਾ ਹਾਇਰ ਵੈਲਿਊ ਨੂੰ ਐਕਸਪੀਰੀਅੰਸ ਕਰੇਗਾ, ਇਫੈਕਟਿਵ ਫੀਲਡ ਨੂੰ ਐਕਸਪੀਰੀਅੰਸ ਕਰੇਗਾ। ਔਨ ਦਾ ਅਦਰ ਹੈਂਡ ਕਿ ਜੋ ਤੁਹਾਡਾ ਨਿਊਕਲੀਅਸ ਹੈ ਉਸਦੇ ਵਿੱਚ ਜੋ ਮੈਗਨੈਟਿਕ ਫੀਲਡ ਹੈ ਉਹ ਅਪੋਜ਼ ਕਰ ਰਹੀ ਹੈ, ਤਾਂ ਉਹ ਇਫੈਕਟਿਵ ਫੀਲਡ ਨੂੰ ਕੀ ਕਰੇਗਾ ਘੱਟ ਐਕਸਪੀਰੀਅੰਸ ਕਰੇਗਾ। ਦੈਟ ਮੀਨਸ ਉਸਨੂੰ ਪ੍ਰੋਪਰ ਮੈਗਨੈਟਿਕ ਫੀਲਡ ਅਪਲਾਈ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪਏਗਾ ਜ਼ਿਆਦਾ ਐਫਰਟ ਕਰਨੇ ਪੈਣਗੇ। ਅਗਰ ਜ਼ਿਆਦਾ ਐਫਰਟ ਕਰਨੇ ਪੈ ਰਹੇ ਨੇ, ਆਪਾਂ ਨੂੰ ਜ਼ਿਆਦਾ ਫੀਲਡ ਅਪਲਾਈ ਕਰਨੀ ਪੈ ਰਹੀ ਹੈ, ਦੈਟ ਮੀਨਸ ਪ੍ਰੋਟੋਨ ਕੀ ਹੋ ਰਿਹਾ ਤੁਹਾਡਾ ਸ਼ੀਲਡ ਹੋ ਰਿਹਾ ਹੈ। ਦੈਟ ਮੀਨਸ ਪ੍ਰੋਟੋਨ ਕੀ ਹੋ ਰਿਹਾ ਹੈ ਤੁਹਾਡਾ ਸ਼ੀਲਡ ਹੋ ਰਿਹਾ ਹੈ। ਸ਼ੀਲਡ ਮਤਲਬ ਉਹਨੂੰ ਪ੍ਰੋਟੈਕਸ਼ਨ ਦੇ ਰਹੇ ਹਾਂ, ਉਸਦਾ ਸਟੇਟਸ ਹਾਈ ਹੈ, ਉਸਦਾ ਸਿਗਨਲ ਕੀ ਆਏਗਾ ਤੁਹਾਡਾ ਅਪ ਫੀਲਡ ਆਏਗਾ। ਔਨ ਦਾ ਅਦਰ ਹੈਂਡ ਕਿ ਅਗਰ ਤੁਹਾਡਾ ਸਿਗਨਲ ਇੱਕ ਦੂਜੇ ਨੂੰ ਰੀਇਨਫੋਰਸ ਕਰ ਰਿਹਾ ਹੈ ਤਾਂ ਦੈਟ ਮੀਨਸ ਉਹ ਬਹੁਤ ਹੀ ਲੋ ਵੈਲਿਊ ਆਫ ਮੈਗਨੈਟਿਕ ਫੀਲਡ ਤੇ ਹੀ ਸਿਗਨਲ ਨੂੰ ਆਬਜ਼ਰਵ ਕਰ ਲੇਗਾ। ਤੁਹਾਡਾ ਜੋ ਸਿਗਨਲ ਆਏਗਾ ਦੈਟ ਇਜ਼ ਵੈਰੀ ਡਾਊਨ ਫੀਲਡ, ਸਿਗਨਲ ਕੀ ਆਏਗਾ ਤੁਹਾਡਾ ਡਾਊਨ ਫੀਲਡ ਆਏਗਾ। ਦੇਖੋ ਧਿਆਨ ਰੱਖਣਾ ਕੀ ਹੈ ਕਿ ਅਗਰ ਤੁਹਾਡਾ ਰੀਇਨਫੋਰਸ ਕਰ ਰਿਹਾ ਹੈ ਤਾਂ ਰੀਇਨਫੋਰਸ ਕਰਨ ਕਰਕੇ ਜੋ ਤੁਹਾਨੂੰ ਮੈਗਨੈਟਿਕ ਫੀਲਡ ਦੇਣੀ ਪੈ ਰਹੀ ਹੈ ਤੁਹਾਡੀ ਗਿਵਨ ਮੋਲੀਕਿਊਲ ਨੂੰ ਉਹ ਬਹੁਤ ਹੀ ਘੱਟ ਦੇਣੀ ਪਏਗੀ। ਰੀਜ਼ਨ ਕਿਉਂਕਿ ਜੋ ਤੁਹਾਡੀ ਇੰਡਿਊਸਡ ਫੀਲਡ ਹੈ ਬਾਕੀ ਦਾ ਜੋ ਹੈ
ਕੰਮ ਉਹ ਪੂਰਾ ਕਰ ਰਹੀ ਹੈ। ਇਸੇ ਕਰਕੇ ਜੋ ਤੁਹਾਡਾ ਸਿਗਨਲ ਹੈ ਲੋ ਮੈਗਨੈਟਿਕ ਫੀਲਡ ਤੇ ਇਹ ਆਬਜ਼ਰਵ ਕਰ ਰਿਹਾ ਹੈ, ਤਾਂ ਲੋ ਮੈਗਨੈਟਿਕ ਫੀਲਡ ਤੇ ਅਗਰ ਸਿਗਨਲ ਨੂੰ ਆਬਜ਼ਰਵ ਕਰੇਗਾ ਤਾਂ ਸਿਗਨਲ ਕੀ ਆਂਦਾ ਹੈ ਤੁਹਾਡਾ ਡਾਊਨ ਫੀਲਡ ਆਂਦਾ ਹੈ। ਮੈਂ ਸਟਾਰਟਿੰਗ ਦੇ ਵਿੱਚ ਕਰਵਾਇਆ ਸੀ ਨਾ ਕਿ ਸਿਗਨਲ ਆਂਦਾ ਹੈ, ਤਾਂ ਅਗਰ ਉਹ ਮੈਗਨੈਟਿਕ ਫੀਲਡ ਆਪ ਤੇ ਆਬਜ਼ਰਵ ਕਰਦਾ ਹੈ ਤਾਂ ਉਸਨੂੰ ਅਪ ਫੀਲਡ ਬੋਲਦੇ ਹਾਂ, ਅਗਰ ਉਹ ਡਾਊਨ ਫੀਲਡ ਆਬਜ਼ਰਵ ਕਰਦਾ ਹੈ ਤਾਂ ਉਸਨੂੰ ਆਪਾਂ ਡਾਊਨ ਫੀਲਡ ਬੋਲਦੇ ਹਾਂ। ਤਾਂ ਕਿਉਂਕਿ ਇੱਥੇ ਤੁਹਾਡਾ ਸਿਗਨਲ ਇੰਡਿਊਸਡ ਫੀਲਡ ਹੋਣ ਕਰਕੇ ਰੀਇਨਫੋਰਸ ਹੋ ਰਿਹਾ ਹੈ, ਤਾਂ ਬਹੁਤ ਹੀ ਲੋ ਮੈਗਨੈਟਿਕ ਫੀਲਡ ਤੇ ਹੀ ਸਿਗਨਲ ਨੂੰ ਆਬਜ਼ਰਵ ਕਰ ਲੇਗਾ, ਜਿਸ ਕਰਕੇ ਸਿਗਨਲ ਕੀ ਆਏਗਾ ਤੁਹਾਡਾ ਡਾਊਨ ਫੀਲਡ ਆਏਗਾ। ਔਨ ਦਾ ਅਦਰ ਹੈਂਡ ਇੱਥੇ ਕਿਉਂਕਿ ਆਪਣਾ ਜੋ ਰਿਜ਼ਲਟੈਂਟ ਮੈਗਨੈਟਿਕ ਫੀਲਡ ਹੈ ਉਸਦੀ ਵੈਲਿਊ ਬਹੁਤ ਹੀ ਜ਼ਿਆਦਾ ਘੱਟ ਹੋ ਜਾਂਦੀ ਹੈ, ਤਾਂ ਉਹ ਸਿਗਨਲ ਨੂੰ ਹਾਇਰ ਵੈਲਿਊ ਤੇ ਆਬਜ਼ਰਵ ਕਰੇਗਾ। that means ਆਪਾਂ ਨੂੰ ਉੱਥੇ ਜ਼ਿਆਦਾ ਮੈਗਨੈਟਿਕ ਫੀਲਡ ਅਪਲਾਈ ਕਰਨੀ ਪਏਗੀ, so that the given proton can absorb the radiation to make a transition from the lower to the excited state। ਤਾਂ ਇਸ ਦੇ ਲਈ ਆਪਾਂ ਨੂੰ ਅਪ ਫੀਲਡ ਜਾਣਾ ਪਏਗਾ, ਤਾਂ ਸਿਗਨਲ ਕੀ ਆਬਜ਼ਰਵ ਹੁੰਦਾ ਹੈ ਤੁਹਾਡਾ ਅਪ ਫੀਲਡ ਆਂਦਾ ਹੈ। ਸਿਗਨਲ ਕੀ ਆਂਦਾ ਹੈ ਤੁਹਾਡਾ ਅਪ ਫੀਲਡ ਆਂਦਾ ਹੈ। ਅਪ ਫੀਲਡ ਤੇ ਡਾਊਨ ਫੀਲਡ ਬਾਰੇ ਆਪਾਂ ਕੱਲ ਡਿਸਕਸ ਕਰਾਂਗੇ, ਕਿ ਪੋਜੀਸ਼ਨ ਦੀ ਜੋ ਗੱਲ ਹੈ ਉਹ ਆਪਾਂ ਕੱਲ ਡਿਸਕਸ ਕਰਾਂਗੇ, ਕਿ ਕਿਸੇ ਵੀ ਸਿਗਨਲ ਦੀ ਜੋ ਪੋਜੀਸ਼ਨ ਹੈ ਉਸਨੂੰ ਡਿਸਾਈਡ ਕਰਨ ਦੇ ਲਈ ਇੱਕ ਆਪਾਂ ਸਟੈਂਡਰਡ ਰੈਫਰੈਂਸ ਲੈਂਦੇ ਹਾਂ, ਹਨਾ। ਕਿਸੇ ਵੀ ਚੀਜ਼ ਨੂੰ ਦੇਖੋ ਅਗਰ ਆਪਾਂ ਦੱਸਣਾ ਹੈ ਤਾਂ ਆਪਾਂ ਕੰਪੈਰੀਜ਼ਨ ਕਰਦੇ ਹਾਂ, ਜਾਂ ਕਿਸੇ ਵੀ ਚੀਜ਼ ਨੂੰ ਆਪਾਂ ਡਿਫਾਈਨ ਕਰਦੇ ਹਾਂ ਵਿਦ ਰਿਸਪੈਕਟ ਟੂ ਸਮਥਿੰਗ ਕਰਦੇ ਹਾਂ, ਤਾਂ ਕਿ ਆਪਾਂ ਉਸ ਦੇ ਰਿਸਪੈਕਟ ਦੇ ਨਾਲ ਆਪਾਂ ਉਸਨੂੰ ਈਜ਼ੀਲੀ ਅੰਡਰਸਟੈਂਡ ਕਰ ਸਕੀਏ। ਤਾਂ NMR ਦੇ ਵਿੱਚ ਜੋ ਆਪਾਂ ਪ੍ਰੋਟੋਨ ਦਾ ਸਿਗਨਲ ਦੱਸਦੇ ਹਾਂ ਡਾਊਨ ਫੀਲਡ ਹੈ ਅਪ ਫੀਲਡ ਹੈ, that is with respect to some standard signal, that is your tetramethyl ਉਸਦਾ ਫਾਰਮੂਲਾ ਕੀ ਹੈ ਤੁਹਾਡਾ ਟੈਟਰਾਮਿਥਾਈਲਸਿਲੇਨ ਦਾ। ਸਿਲੀਕੋਨ ਦੇ ਨਾਲ 4 ਮਿਥਾਈਲ ਗਰੁੱਪ ਲੱਗੇ ਹੋਏ ਨੇ, ਚਾਰੋਂ ਮਿਥਾਈਲ ਗਰੁੱਪ ਇੱਕ ਆਇਡੈਂਟੀਕਲ ਇਨਵਾਇਰਨਮੈਂਟ ਦੇ ਵਿੱਚ ਪ੍ਰੈਜ਼ੈਂਟ ਨੇ, ਜਿਸ ਕਰਕੇ ਇੱਥੇ ਜੋ ਤੁਹਾਡੇ 12 ਦੇ 12 ਪ੍ਰੋਟੋਨਸ ਨੇ that are equivalent proton and corresponding to that ਆਪਾਂ ਨੂੰ ਇੱਕ ਹੀ ਸਿਗਨਲ obtain ਹੁੰਦਾ ਹੈ, ਕਿਉਂਕਿ 12 ਪ੍ਰੋਟੋਨ ਸਿਗਨਲ ਨੂੰ ਦੇ ਰਹੇ ਨੇ ਤਾਂ ਸਿਗਨਲ ਕੀ ਹੁੰਦਾ ਹੈ ਕਾਫੀ ਇੰਟੈਂਸ ਹੁੰਦਾ ਹੈ। ਤਾਂ ਇਹ ਪੁਆਇੰਟ ਧਿਆਨ ਰੱਖਣਾ ਕਿ ਆਪਾਂ ਇੱਥੇ ਜੋ ਸਟੈਂਡਰਡ ਸਿਗਨਲ ਹੈ TMS ਟੈਟਰਾਮਿਥਾਈਲਸਿਲੇਨ, ਇਸ ਨੂੰ ਹੀ ਕੰਸੀਡਰ ਕਿਉਂ ਕਰਦੇ ਹਾਂ, ਬਿਕੋਜ਼ ਇਸ ਦੇ ਵਿੱਚ ਪਹਿਲੀ ਰੀਜ਼ਨ ਕੀ ਹੈ 12 ਇਕੁਅਲੈਂਟ ਪ੍ਰੋਟੋਨ ਪ੍ਰੈਜ਼ੈਂਟ ਹੁੰਦੇ ਨੇ, ਜੋ ਕਿ ਆਇਡੈਂਟੀਕਲ ਹੁੰਦੇ ਨੇ, ਇੱਕ ਹੀ ਸਿਗਨਲ ਦਿੰਦੇ ਨੇ ਤੇ ਕਾਫੀ ਇੰਟੈਂਸ ਸਿਗਨਲ ਤੁਹਾਨੂੰ obtain ਹੁੰਦਾ ਹੈ। ਦੂਸਰਾ ਕੀ ਹੁੰਦਾ ਹੈ ਕਿ ਜੋ ਤੁਹਾਡਾ ਸਿਲੀਕਨ ਹੈ, ਸਿਲੀਕਨ ਦੀ ਇੱਥੇ ਇਲੈਕਟ੍ਰੋਨੈਗੇਟਿਵਿਟੀ ਘੱਟ ਹੋਣ ਕਰਕੇ ਜੋ ਇੱਥੇ ਪ੍ਰੋਟੋਨਸ ਹੁੰਦੇ ਨੇ, ਇੱਥੇ ਜੋ ਸਿਲੇਨ ਦੇ ਵਿੱਚ ਟੈਟਰਾਮਿਥਾਈਲਸਿਲੇਨ ਦੇ ਵਿੱਚ ਉਹ ਜ਼ਿਆਦਾ ਸ਼ੀਲਡਡ ਹੁੰਦੇ ਨੇ, ਉਹਨਾਂ ਦੀ ਜੋ ਵੈਲਿਊ ਆਂਦੀ ਹੈ ਉਹ ਅਪ ਫੀਲਡ ਆਂਦੀ ਹੈ। ਕੱਲ ਆਪਾਂ ਸਿਗਨਲ ਸਿੱਖਾਂਗੇ ਹੈ ਨਾ ਡੈਲਟਾ ਸਕੇਲ ਤੇ ਟਾਊ ਸਕੇਲ, ਉੱਥੇ ਤੁਹਾਨੂੰ ਹੋਰ ਵੀ ਕਲੀਅਰ ਹੋਏਗਾ ਕਿ ਅਪ ਫੀਲਡ ਤੇ ਡਾਊਨ ਫੀਲਡ ਦਾ ਮਤਲਬ ਕੀ ਹੈ ਵਿਦ ਰਿਸਪੈਕਟ ਟੂ ਯੂਅਰ TMS ਸਿਗਨਲ। ਉਹ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ, ਇਹ ਪੁਆਇੰਟ ਤੁਹਾਨੂੰ ਕੱਲ ਸਮਝ ਆਏਗਾ। ਤਾਂ ਜੋ ਤੁਹਾਡਾ TMS ਦਾ ਸਿਗਨਲ ਹੈ ਫॉर द ਟਾਈਮ ਬਿੰਗ ਬਹੁਤ ਹੀ ਜ਼ਿਆਦਾ ਅਪ ਫੀਲਡ ਅਪਵਰਡ ਸ਼ੋ ਹੁੰਦਾ ਹੈ। ਇਸ ਦੀ ਜੋ ਵੈਲਿਊ ਹੈ ਆਪਾਂ ਡੈਲਟਾ ਸਕੇਲ ਤੇ ਕਿੰਨੀ ਲੈਂਦੇ ਹਾਂ 0 ppm ਲੈਂਦੇ ਹਾਂ, ਟਾਊ ਸਕੇਲ ਤੇ ਇਸ ਦੀ ਵੈਲਿਊ ਆਪਾਂ ਲੈਂਦੇ ਹਾਂ 10 ppm। ਜਨਰਲੀ ਆਪਾਂ ਡੈਲਟਾ ਸਕੇਲ ਕੰਸੀਡਰ ਕਰਦੇ ਹਾਂ ਫॉर द ਪੋਜੀਸ਼ਨ ਆਫ ਯੂਅਰ ਸਿਗਨਲ। ਤਾਂ ਜਿੰਨੇ ਵੀ ਤੁਹਾਡੇ ਬਾਕੀ ਮੋਲੀਕਿਊਲਸ ਨੇ ਉਹਨਾਂ ਸਭ ਦਾ ਜੋ ਸਿਗਨਲ ਹੈ ਵਿਦ ਰਿਸਪੈਕਟ ਟੂ ਯੂਅਰ TMS ਉਹ ਕੀ ਆਂਦਾ ਹੈ ਡਾਊਨ ਫੀਲਡ ਹੀ ਆਂਦਾ ਹੈ, ਲੈਸਰ ਵੈਲਿਊ ਤੇ ਹੀ ਆਂਦਾ ਹੈ। ਕੱਲ ਦੀ ਕਲਾਸ ਦੇ ਵਿੱਚ ਆਪਾਂ ਇਸ ਨੂੰ ਚੈੱਕ ਕਰਾਂਗੇ। ਥਰਡ ਰੀਜ਼ਨ ਕੀ ਹੈ ਕਿ ਜੋ ਤੁਹਾਡਾ TMS ਹੈ ਉਹ ਕੈਮੀਕਲੀ ਇਨਰਟ ਹੁੰਦਾ ਹੈ, ਇਸ ਦਾ ਬੋਇਲਿੰਗ ਪੁਆਇੰਟ ਬਹੁਤ ਹੀ ਘੱਟ ਹੁੰਦਾ ਹੈ। ਇਹ ਇਸ ਪੁਆਇੰਟ ਦਾ ਮਤਲਬ ਕੀ ਹੈ, ਦੇਖੋ TMS ਲੈ ਰਹੇ ਹੋ ਤਾਂ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜਿਸ ਕੰਪਾਊਂਡ ਨੂੰ ਤੁਸੀਂ ਸਟੱਡੀ ਕਰ ਰਹੇ ਹੋ ਉਹ ਕੰਪਾਊਂਡ ਤੁਹਾਡੇ ਰੈਫਰੈਂਸ ਸਟੈਂਡਰਡ ਦੇ ਨਾਲ ਰਿਐਕਟ ਨਾ ਕਰ ਜੇ, ਬਿਕੋਜ਼ ਅਗਰ ਰਿਐਕਟ ਕਰਨਗੇ ਇੰਪਿਓਰਿਟੀ ਆਏਗੀ, ਸਿਗਨਲ ਤੁਹਾਡੇ ਸ਼ਾਰਪ ਨਹੀਂ ਆਣਗੇ, ਬਲਰ ਆਣਗੇ, ਇੰਪਿਓਰਿਟੀ ਪ੍ਰੈਜ਼ੈਂਟ ਹੋਏਗੀ, ਠੀਕ ਹੈ, ਐਕਸਟਰਾ ਸਿਗਨਲ obtain ਹੋਣਗੇ, ਸਪੈਕਟਰਾ ਨੂੰ ਐਨਾਲਾਈਜ਼ ਕਰਨਾ ਆਬਜ਼ਰਵ ਕਰਨਾ ਮੁਸ਼ਕਿਲ ਹੋਏਗਾ। ਤਾਂ ਇਸੇ ਕਰਕੇ ਜੋ ਤੁਹਾਡਾ ਸਿਗਨਲ ਹੈ ਰੈਫਰੈਂਸ ਸਟੈਂਡਰਡ ਹੈ that should be inert ਹੋਣਾ ਚਾਹੀਦਾ ਹੈ ਕਿ ਕਿਸੇ ਨਾਲ ਉਹ ਰਿਐਕਟ ਨਾ ਕਰ ਸਕੇ। ਮੋਰ ਓਵਰ ਏਦਾਂ ਦਾ ਤੁਹਾਡਾ ਰੈਫਰੈਂਸ ਸਟੈਂਡਰਡ ਹੋਣਾ ਚਾਹੀਦਾ ਹੈ ਕਿ ਅਗਰ ਤੁਸੀਂ ਇੱਕ ਵਾਰੀ ਉਸਦੇ ਰਿਸਪੈਕਟ ਦੇ ਨਾਲ ਸਪੈਕਟਰਾ obtain ਕਰ ਲਿਆ ਤਾਂ ਉਸਨੂੰ ਤੁਸੀਂ ਈਜ਼ੀਲੀ ਸਿਸਟਮ ਦੇ ਵਿੱਚੋਂ ਰਿਮੂਵ ਕਰ ਸਕੋ, ਸੋ ਦੈਟ ਤੁਸੀਂ ਆਪਣੇ ਜੋ origignal ਕੰਪਾਊਂਡ ਹੈ ਉਸਨੂੰ ਸਟੱਡੀ ਕਰ ਸਕੋ। ਇਸੇ ਕਰਕੇ ਇਸ ਦਾ ਜੋ ਬੋਇਲਿੰਗ ਪੁਆਇੰਟ ਹੁੰਦਾ ਹੈ ਲੋ ਹੁੰਦਾ ਹੈ, ਉਸ ਨੂੰ ਆਪਾਂ ਈਜ਼ੀਲੀ ਰਿਮੂਵ ਕਰਵਾ ਸਕਦੇ ਹਾਂ ਬਾਈ ਇਵੈਪੋਰੇਸ਼ਨ। ਸੋ ਦੈਟ ਇਜ਼ ਵਾਈ TMS ਆਪਾਂ ਜਨਰਲੀ ਇੱਥੇ ਯੂਜ਼ ਕਰਦੇ ਹਾਂ ਐਜ਼ ਅ ਰੈਫਰੈਂਸ ਸਟੈਂਡਰਡ। ਤਾਂ ਪੇਪਰ ਦੇ ਵਿੱਚ ਇਹਨਾਂ ਦੇ ਰਿਲੇਟਡ ਕੋਈ ਕੁਐਸਚਨ ਤੁਹਾਨੂੰ ਪੁੱਛ ਸਕਦੇ ਨੇ, ਜਾਂ ਤਾਂ ਰੈਫਰੈਂਸ ਸਟੈਂਡਰਡ ਕਿਹੜਾ ਯੂਜ਼ ਕਰਦੇ ਹਾਂ, ਜਾਂ ਕਿਸ ਰੀਜ਼ਨ ਕਰਕੇ ਆਪਾਂ TMS ਐਜ਼ ਅ ਰੈਫਰੈਂਸ ਸਟੈਂਡਰਡ ਇਨ ਯੂਅਰ NMR ਸਪੈਕਟ੍ਰੋਸਕੋਪੀ ਕੰਸੀਡਰਡ ਕਰਦੇ ਹਾਂ।